श्री हर ओम बहोरी। तेग बहादुर परम कृपाला, परम कृपाल। श्री गुरु गोबिंद सिंह तरौं धरा फोन सीसा, फोन सी बंदों बार बार जगदीसा। जिसमें अमृत ज्ञान है भाग। श्री गुरु ग्रंथ साहिब बंदों कर त्याग। एक अंकारा सतगुरु जह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। सवैया श्री मुख ते इम बोल प्रभु, सब बीच गुरु तब बैठ गए। जे सिख हैं समुदाय तहाँ, तिन दे दर्शन प्रसन्न कए। वाहिगुरु जी का खालसा वाहिगुरु जी की फतेह। पतित पावन भगत वशल करुणा निदान हलत पलत दे राखे गुरता गद्दी ते विराजमान दसां पातशाहियां दी जागदी जोत धन धन साहिब महाराज जी दी पावन पवित्र हजूरी अंदर सुभाईमान सतगुरु जी दी साजी नवाजी अति सत्कारयोग साध संगत और अदब सत्कार दे नाल साहिबां दा पावन पवित्र इतिहास सरवण कर रहे हो। पिछे विच आ है साहिब सतगुरु श्री गुरु नानक देव जी महाराज जी दे सचखंड प्याने तो बाद देव जी महाराज खडूर साहिब अपनी भूआ माई जाके गुप्तवास हो गए। एकांत विच वाहिगुरु दे सिमरन विच जुड़ गए। गुरु नानक देव जी करतारपुर विखे सचखंड जिन्ने प्यार वाले गुरसिख सन उन्हां दे मन विच एक ख्वाहिश जागी, मन बेबल हो उठिया कि जेड़े गुरु अंगद देव जी गुरियाई ते बैठे हुए हैं वो कित्थे चले गए, उन्हां दे दर्शन करिए। तो गुरु की संगतां बाबा बुढ़ा जी 6 महीने चौंकड़ा मार के भजन बंदगी समाधिस्थ रहे। गुरसिखा ने बेनती की, दरवाज़ा खोलिया तो गुरु अंगद देव जी महाराज बाहर निकले। ज्यों बाहर निकले गुरसिखां दे अपने गुरु भाई ਜਿਹੜੇ गुरु नानक देव महाराज जी के चरणों में सेवा करते रहे, उन्होंने अपने सामने खड़े वेख्या। जिस वक्त उस वक्त गुरु अंगद देव जी महाराज ने पावन बाणी की तुक बोली, शब्द बोलिया, शब्द स्योने हो
ਤਿਸ ਆਗੈ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਹਦਾ ਭਾਵ ਹੈ ਜਿਸ ਪਿਆਰੇ ਦੇ ਨਾਲ ਪਿਆਰ ਹੋਵੇ, ਗੁਰੂ ਨਾਨਕ ਪਿਆਰੇ ਦੇ ਨਾਲ ਇਤਨਾ ਪਿਆਰ ਹੈ, ਉਹ ਸੱਚਖੰਡ ਨੂੰ ਚਲੇ ਗਏ। ਉਹਨਾਂ ਤੋਂ ਪਹਿਲਾਂ ਅਸੀਂ ਕਿਉਂ ਨਾ ਸੱਚਖੰਡ ਚਲੇ ਗਏ। ਉਹਨਾਂ ਦੇ ਵਿਛੋੜੇ ਦਾ ਜਿਹੜਾ ਸੱਲ ਹੈ, ਦਰਦ ਹੈ ਵਿਛੜਨ ਦਾ, ਜੇ ਪਹਿਲਾਂ ਚਲੋ ਜਾਂਦੇ ਤੇ ਇਹ ਦੁੱਖ ਨਾ ਸਹਾਰਨਾ ਪੈਂਦਾ। ਉਹਨਾਂ ਤੋਂ ਬਿਨਾਂ, ਉਹਨਾਂ ਤੋਂ ਬਾਅਦ ਜਿਹੜਾ ਜੀਵਨ ਹੈ ਫਿੱਕਾ ਫਿੱਕਾ ਲੱਗਦਾ ਹੈ। ਉਸ ਜੀਵਨ ਵਿੱਚ ਰਸ ਨਹੀਂ। ਜੋ ਆਨੰਦ, ਜੋ ਖੁਸ਼ੀ, ਜੋ ਰਸ ਪਿਆਰੇ ਦੀ ਸੰਗਤ ਦਾ ਹੈ, ਉਹ ਰਸ ਉਹ ਤੋਂ ਬਿਨਾਂ ਨਹੀਂ ਹੈ। ਇਸ ਤਰ੍ਹਾਂ ਦੇ ਵਚਨ ਵਿਲਾਸ ਹੋਏ। ਆਓ ਗੁਰੂ ਅੰਗਦ ਦੇਵ ਜੀ ਗੁਰਸਿੱਖਾਂ ਨੂੰ ਕਿਵੇਂ ਮਿਲੇ, ਕਿਵੇਂ ਗੁਰਿਆਈ ਦੇ ਉੱਤੇ ਬੈਠ ਕੇ ਉਪਦੇਸ਼ ਕਰਨ ਲੱਗੇ, ਜੋ ਉਹਨਾਂ ਦੀ ਨਿੱਤ ਦੀ ਕਿਰਿਆ ਹੈ, ਉਹ ਸਾਰਾ ਅੱਜ ਦਾ ਪ੍ਰਸੰਗ ਆਪਾਂ ਸੁਣਾਂਗੇ। ਬੜੀ ਪ੍ਰੇਮ ਭਾਵਨਾ ਦੇ ਨਾਲ ਹਾਜ਼ਰੀਆਂ ਲਵਾਇਆ ਕਰੋ ਔਰ ਇਕਾਗਰਤਾ ਨਾਲ ਰੋਜ਼-ਰੋਜ਼ ਸੁਣਿਆ ਕਰੀਏ, ਤਾਂ ਕਿ ਆਪਣੇ ਇਤਿਹਾਸ ਤੋਂ ਜਾਣੂ ਹੋ ਸਕੀਏ। ਸਮਾਂ ਕੱਢਣਾ ਪੈਂਦਾ, ਕਿਸੇ ਕੋਲ ਵੀ ਨਹੀਂ ਹੁੰਦਾ। ਵਿਹਲੇ ਬੰਦੇ ਨੂੰ ਵੀ ਕਹਿ ਦਿਓ, ਉਹਦੇ ਕੋਲ ਵੀ ਸਮਾਂ ਨਹੀਂ ਹੁੰਦਾ। ਅਤੇ ਜਿਹੜੇ ਆਪਣੇ ਆਪ ਨੂੰ ਕੰਮ ਕਰਨ ਵਾਲੇ, ਉਹ ਤਾਂ ਫਿਰ ਉਹਨਾਂ ਕੋਲ ਤਾਂ ਬਹਾਨਾ ਹੈ ਹੀ ਹੈ ਵੀ ਮੇਰੇ ਕੋਲ ਟਾਈਮ ਨਹੀਂ। ਇਹ ਕਿਸੇ ਦਾ ਬੰਨਿਆ ਨਹੀਂ ਹੁੰਦਾ, ਇਹਨੂੰ ਆਪ ਸੈੱਟ ਕਰਨਾ ਪੈਂਦਾ ਹੁੰਦਾ ਟਾਈਮ ਨੂੰ। ਸੋ ਲਾਹੇ ਲਈਏ, ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਸ਼੍ਰੀ ਮੁਖ ਤੇ ਇਮ ਬੋਲ ਪ੍ਰਭੂ ਸਭ ਬੀਚ ਗੁਰੂ ਤਬ। ਇਉਂ ਜੋ ਆਪਨੇ ਸ਼ਬਦ ਸੁਣਿਆ, ਜਿਸ ਪਿਆਰੇ ਸਿਉਨੇ ਹੋ ਤ੍ਰਿਗ ਤਿਸ ਆਗੈ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਇਹ ਵਚਨ ਬੋਲ ਕੇ ਆਪਣੇ ਪਿਆਰੇ ਗੁਰਸਿੱਖ ਬਾਬਾ ਬੁੱਢਾ ਜੀ ਵਰਗੇ ਅਤੇ ਭਾਈ ਸਧਾਰਨ ਜੀ ਵਰਗੇ ਅਤੇ ਹੋਰ ਪਿਆਰ ਵਾਲੇ ਗੁਰਸਿੱਖਾਂ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਬੈਠ ਗਏ ਹਨ। ਜੇ ਸਿੱਖ ਹੈ ਸਮੁਦਾਇ ਤਹਾਂ ਤਿਨ ਦੇ ਦਰਸ਼ਨ ਪ੍ਰਸੰਨ ਕਰੇ। ਜਿਹੜੇ ਗੁਰਸਿੱਖ ਉੱਥੇ ਹਾਜ਼ਰ ਹਨ, ਉਹਨਾਂ ਸਾਰਿਆਂ ਨੂੰ ਗੁਰੂ ਜੀ ਨੇ ਦਰਸ਼ਨ ਦਿੱਤੇ, ਪ੍ਰਸੰਨ ਹੋ ਗਏ ਹਨ। ਧੀਰਜ ਦੀਨ ਭਜੋ ਸਤਨਾਮ ਰਹੇ ਤਿਸ ਧਾਮ ਆਹਾਰ ਖਏ। ਸਾਰਿਆਂ ਨੂੰ ਧੀਰਜ ਦਿੱਤਾ। ਕਹਿੰਦੇ ਭਾਈ ਹੁਣ ਤੇ ਸਤਨਾਮ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ, ਵਾਹਿਗੁਰੂ ਦੇ ਨਾਮ ਦਾ ਓਟ ਆਸਰਾ ਹੈ। ਆਪਾਂ ਸਾਰੇ ਨਾਮ ਜਪੀਏ, ਗੁਰੂ ਜੀ ਨੇ ਆਖਿਆ। ਕੁਝ ਸਮਾਂ ਸਤਨਾਮ ਵਾਹਿਗੁਰੂ ਦਾ ਉੱਚੀ ਆਵਾਜ਼ ਵਿੱਚ ਜਾਪ ਕੀਤਾ। ਫਿਰ ਕੁਝ ਸਮਾਂ ਉੱਥੇ ਰਹੇ, ਭੋਜਨ ਤਿਆਰ ਹੋ ਗਿਆ। ਮਾਈ ਭਰਾਈ ਨੇ ਨਾਲ ਲੱਗ ਕੇ ਗੁਰਸਿੱਖਾਂ ਨੇ ਲੰਗਰ ਤਿਆਰ ਕਰ ਲਿਆ। ਸਭਨਾਂ ਨੇ ਪ੍ਰਸ਼ਾਦ ਛਕਿਆ ਹੈ। ਦਾਸ ਲਗੇ ਪਗ ਸੇਵਨ ਕੋ ਅਹਮੇਬ ਬਿਨਾ ਗੁਰਦੇਵ ਥੇ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ 6 ਮਹੀਨੇ ਅਡੋਲ ਅੰਦਰ ਬੈਠੇ ਰਹੇ। ਸਰੀਰ ਹੈ, ਸਰੀਰ ਜਦੋਂ ਇਹਨੂੰ ਸਹੀ ਖੁਰਾਕ ਨਾ ਪਹੁੰਚੇ, ਥੋੜ੍ਹੀ ਬਹੁਤੀ ਕਮਜ਼ੋਰੀ ਮੰਨ ਜਾਂਦਾ ਹੈ। ਭਾਵੇਂ ਕਿ ਸਰੀਰ ਦੀ ਪਰਵਰਿਸ਼ ਹੋਈ ਜਾਂਦੀ ਹੈ। ਐਸੇ ਗੁਰੂ ਮਹਾਰਾਜ ਜੀ ਦੇ ਸੇਵਕ ਹਨ ਸਾਰੇ। ਤਤ ਪ੍ਰਕਿਰਤੀ ਉਹਨਾਂ ਦੇ ਹੁਕਮ ਵਿੱਚ ਹੈ, ਕੁੱਲ ਕਾਇਨਾਤ। ਪਰ ਗੁਰਸਿੱਖਾਂ ਨੇ ਦੇਖਿਆ ਵੀ ਕਿਤਨੇ ਸਮੇਂ ਬਾਅਦ ਆਏ ਹਨ, ਤਾਂ ਚਰਨਾਂ ਦੀ ਸੇਵਾ ਕਰਨ ਲੱਗ ਗਏ। ਜੋ ਸਿੱਖ ਸੇਵਕ ਸ੍ਰੀ ਗੁਰੂ ਨਾਨਕ ਸੋ ਸੁਨ ਕੇ ਸਭ ਆਵਤ ਹੈ। ਜਿਹੜੇ ਵੀ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਗਟ ਹੋ ਗਏ ਹਨ, ਗੁਰਿਆਈ ਗੱਦੀ 'ਤੇ ਬੈਠ ਕੇ ਉਪਦੇਸ਼ ਦੇਣ ਲੱਗ ਪਏ। ਜਿਹੜੇ ਪਹਿਲਾਂ ਕਰਤਾਰਪੁਰ ਸਾਹਿਬ ਵੱਲ ਨੂੰ ਜਾਂਦੇ ਸਨ ਦਰਸ਼ਨ ਕਰਨ ਗੁਰੂ ਨਾਨਕ ਸਾਹਿਬ ਜੀ ਦੇ, ਉਹੀ ਪਿਆਰ ਵਾਲੇ ਸਿੱਖ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਖਡੂਰ ਸਾਹਿਬ ਵਿਖੇ ਇੱਧਰ ਨੂੰ ਆਉਣ ਲੱਗ ਪਏ ਹਨ। ਗਾਦੀ ਲਈ ਗੁਰਤਾ ਗੁਰ ਅੰਗਦ ਸੋ ਵਿਦ ਤੇ ਸੁਨ ਪਾਵਤ ਹੈ। ਜਿਉਂ ਪਤਾ ਲੱਗਾ ਕਿ ਗੁਰਿਆਈ ਗੱਦੀ 'ਤੇ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਭਾਏਮਾਨ ਹਨ, ਉਹ ਗੁਰੂ ਨਾਨਕ ਦਾ ਹੀ ਰੂਪ ਹਨ, ਫਰਕ ਕੋਈ ਨਹੀਂ ਹੈ।
ਤੇ ਜਿਉਂ ਹੀ ਗੁਰਸਿੱਖਾਂ ਨੂੰ ਪਤਾ ਲੱਗਾ, ਦੇਖਤ ਜੋਤ ਮਹਾਮੁਖ ਜਾਗਤ ਜਿਉ ਨਟ ਸਾੰਗ ਬਨਾਵਤ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਦੂਰੋਂ ਦੂਰੋਂ ਸਾਧ ਸੰਗਤ ਜੀ ਸੰਗਤਾਂ ਆਉਂਦੀਆਂ ਹਨ। ਸਾਰਬ ਭੌਮ ਮਹਾ ਮਹਿ ਪਾਲਕ ਪੋਸ਼ਿਸ਼ ਪੂਰਬ ਕੀ ਤਜ ਕੈ। ਗੁਰਸਿੱਖਾਂ ਦੇ ਮਨ ਵਿੱਚ ਗੁਰੂ ਅੰਗਦ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦਾ ਕੋਈ ਫਰਕ ਨਹੀਂ। ਗੁਰਸਿੱਖ ਕਦੇ ਦਸੇ ਗੁਰਾਂ ਦੇ ਵਿੱਚ ਭੇਦ ਨਹੀਂ ਜਾਣਦਾ। ਹਾਂ ਠੀਕ ਹੈ, ਆਪੋ ਆਪਣੀ ਅਵਸਥਾ ਦਾ ਕਈ ਜਿਹੜੇ ਜਿਨ੍ਹਾਂ ਨੂੰ ਮਾਤਾ ਪਿਤਾ ਜ਼ਿੰਦਗੀ ਦੇ ਵਿੱਚ ਨਹੀਂ ਮਿਲੇ ਹੁੰਦੇ, ਉਹਨਾਂ ਦਾ ਗੁਰੂ ਨਾਨਕ ਸਾਹਿਬ ਵੱਲ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ, ਝੁਕਾਅ ਹੁੰਦਾ। ਹਰ ਕਿਸੇ ਦੀ ਆਪੋ ਆਪਣੀ। ਜਿਨ੍ਹਾਂ ਦੇ ਘਰ ਕੋਈ ਬਾਲ ਬੱਚੇ ਦੀ ਇੱਛਾ ਹੁੰਦੀ ਹੈ, ਮਨ ਵਿੱਚ ਹੁੰਦੀ ਹੈ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨਾਲ ਵੈਸੇ ਹੀ ਪਿਆਰ ਕਰਨ ਲੱਗ ਜਾਂਦੇ। ਉਹਨਾਂ ਦਾ ਇੱਦਾਂ ਦਾ ਹੁੰਦਾ। ਜਿਨ੍ਹਾਂ ਨੇ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਝੱਲੀ ਹੁੰਦੀ ਹੈ, ਅਤੇ ਜਿਹੜੇ ਥੋੜ੍ਹੇ ਜਿਹੇ ਕਹਿ ਲਓ, ਉਹ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਨਾਲ ਹੱਦੋਂ ਵੱਧ ਪਿਆਰ ਕਰਦੇ ਹਨ। ਜਿਨ੍ਹਾਂ ਦੇ ਘਰ ਵਿੱਚ ਕਦੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਏ, ਫਿਰ ਉਹ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ। ਇੱਦਾਂ ਫਰਕ ਕੋਈ ਨਹੀਂ, ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ। ਮਨੁੱਖੀ ਬਿਰਤੀਆਂ ਦਾ ਸੁਭਾਅ ਦਾ ਹੈ। ਜਿਹੜੀ ਬਿਰਤੀ ਪਹਿਲਾਂ ਦੁਨੀਆ ਵਿੱਚ ਫਸੀ ਹੁੰਦੀ ਹੈ, ਕਿਸੇ ਨਾ ਕਿਸੇ ਚੀਜ਼ ਦੇ ਅਨੁਸਾਰ ਉਹ ਕਿਸੇ ਦਸੇ ਗੁਰੂ ਸਾਹਿਬਾਨਾਂ ਤੋਂ, ਕਿਸੇ ਗੁਰੂ ਸਾਹਿਬ ਮਹਾਰਾਜ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੁੰਦੇ ਆ। ਪਰ ਜਿਉਂ-ਜਿਉਂ ਧਰਮ ਦੇ ਨਾਲ ਜੁੜਦੇ ਆ, ਜਿਉਂ-ਜਿਉਂ ਸਿੱਖ ਰਹੁ ਰੀਤਾਂ ਤੋਂ ਜਾਣੂ ਹੁੰਦੇ ਆ, ਤਿਉਂ-ਤਿਉਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਵੀ ਇਹ ਤਾਂ ਮੇਰਾ ਹੀ ਭਰਮ ਸੀ। ਦਸੇ ਗੁਰੂ ਇੱਕੋ ਹੀ ਸੀ। ਗੁਰੂ ਨਾਨਕ ਹੀ 10 ਜਾਮਿਆਂ ਵਿੱਚ ਵਰਤੇ। ਆਮ ਬਾਹਰੀ ਤੌਰ 'ਤੇ ਦੂਰੋਂ ਵੇਖਣ ਵਾਲੇ ਨੂੰ ਫਰਕ ਲੱਗਦਾ ਹੈ, ਪਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖ ਹਨ, ਉਹਨਾਂ ਦੀ ਕੈਸੀ ਭਾਵਨਾ ਉਹ ਦੱਸਦੇ ਹਨ ਕਵੀ ਜੀ। ਕਹਿੰਦੇ ਜਿਵੇਂ ਇੱਕ ਚੱਕਰਵਰਤੀ ਰਾਜਾ ਕੱਪੜੇ ਪਾਉਂਦਾ, ਅੱਜ ਕੱਪੜੇ ਪਾ ਲਏ ਕਿਸੇ ਹੋਰ ਰੰਗ ਦੇ, ਕੱਲ੍ਹ ਨੂੰ ਕਿਸੇ ਹੋਰ ਰੰਗ ਦੇ ਪਾਏਗਾ। ਰਾਜਾ ਉਹੀ ਰਹੇਗਾ, ਕੇਵਲ ਬਾਹਰਲੀ ਪੋਸ਼ਾਕ ਬਦਲਦੀ ਹੈ। ਇਸੇ ਤਰੀਕੇ ਗੁਰੂ ਨਾਨਕ ਉਹੀ ਹੈ, ਸਿਰਫ ਬਾਹਰੀ ਜਾਮਾ ਗੁਰੂ ਅੰਗਦ ਦੇਵ ਦੇ ਸਰੀਰ ਦਾ ਧਾਰਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਉਂ ਗੁਰਸਿੱਖਾਂ ਨੂੰ ਇਸ ਗੱਲ ਦੀ ਸਮਝ ਹੈ। ਸੁੰਦਰ ਔਰ ਨਵੀਨ ਧਰੈ ਤਨ ਆਏ ਸਭਾ ਥਿਤ ਹੋਇ ਸਜ ਕੈ। ਜਿਵੇਂ ਇੱਕ ਰਾਜਾ ਅਗਲੀ ਸਵੇਰ ਨਵੇਂ ਕੱਪੜੇ ਪਾ ਕੇ ਆ ਕੇ ਸਭਾ 'ਚ ਬੈਠਦਾ ਹੈ। ਸ਼੍ਰੀ ਗੁਰ ਤਿਉ ਦਰ ਧਰ ਦੂਸਰ ਰੂਪ ਬਿਰਾਜਤ ਸਿੱਖ ਸੁਖੀ ਜਜ ਕੈ। ਇਉਂ ਸਿੱਖ ਜਾਣਦੇ ਹਨ, ਗੁਰੂ ਜੀ ਦੀ ਸ਼ਰਧਾ ਨਾਲ ਸੇਵਾ ਕਰਦੇ ਹਨ। ਸਿੱਖਾਂ ਨੂੰ ਪਤਾ ਹੈ ਕਿ ਗੁਰੂ ਉਹੀ ਹੈ ਜੋ ਤੋਹਾ ਹੈ ਜੁਗਤ ਸਾਏ, ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਿਰਫ ਸਰੀਰ ਬਦਲਿਆ ਹੈ। ਸੇਵਕ ਏਕ ਹੀ ਜਾਣਤ ਹੈ ਗਨ ਨਿੰਦਕ ਨੀਚ ਰਹਿ ਲਜ ਕੈ। ਸੇਵਕ ਤੇ ਇੱਕੋ ਹੀ ਜਾਣਦੇ ਵੀ ਇੱਕੋ ਹੀ ਆ, ਭੇਦ ਨਹੀਂ। ਪਰ ਜਿਹੜੇ ਨਿੰਦਕ ਨੇ ਭਾਈ, ਉਹ ਜੋ ਮਰਜ਼ੀ ਗੱਲਾਂ ਕਰੀ ਜਾਣ। ਜੋਤ ਤੇ ਜੋਤ ਪ੍ਰਕਾਸ਼ ਰਹੀ ਜਿਮ ਲਾਗੇ ਮਸਾਲ ਤੇ ਦੂਜੀ ਮਸਾਲਾ। ਇਹ ਤਾਂ ਜੋਤ ਤੋਂ ਜੋਤ ਜਗ ਗਈ, ਜਿਵੇਂ ਇੱਕ ਮਸ਼ਾਲ ਤੋਂ ਦੂਸਰੀ ਮਸ਼ਾਲ ਜਗ ਜਾਂਦੀ, ਉਹ ਵੀ ਉਹੋ ਜੀ ਹੋ ਜਾਂਦੀ ਹੈ। ਘਾਟ ਨਾ ਬਾੜ ਬਨੇ ਕਬ ਹੂੰ ਜੁਗ ਹੋਏ ਸਮਾਨ ਪ੍ਰਕਾਸ਼ ਵਿਸਾਲਾ। ਜਦੋਂ ਇੱਕ ਮਸ਼ਾਲ ਤੋਂ ਦੂਜੀ ਮਸ਼ਾਲ ਜਗ ਜਾਏ, ਉਹ 'ਚ ਕੋਈ ਕਮੀ ਥੋੜਾ ਰਹਿੰਦੀ, ਦੂਜੀ ਵੀ ਉਨੀ ਲਟ ਲਟ ਕਰਕੇ ਜਗਦੀ ਹੈ। ਫਰਕ ਕੋਈ ਨਹੀਂ। ਇੱਦਾਂ ਹੀ ਗੁਰੂ ਨਾਨਕ ਤੋਂ ਹੀ ਗੁਰੂ ਅੰਗਦ ਦੇਵ ਬਣੇ ਹਨ। ਆਨ ਸੁਨੇ ਉਪਦੇਸ਼ ਕਿਤੇ ਨਰ ਜਾਗ ਉਠੇ ਜਿਨ। ਜਿਹੜੇ ਗੁਰਸਿੱਖਾਂ ਦੇ ਜਾਂ ਜਿਹੜੇ ਲੋਕਾਂ ਦੇ ਮੱਥੇ ਦੇ ਭਾਗ ਜਾਗੇ, ਉਹ ਗੁਰੂ ਅੰਗਦ ਦੇਵ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਖਡੂਰ ਸਾਹਿਬ ਵਾਲੇ ਪਾਸੇ ਨੂੰ ਆਉਣ ਲੱਗ ਪਏ ਹਨ। ਸ੍ਰੀ ਗੁਰੂ ਨਾਨਕ ਕੋ ਨਿਤ ਹੀ ਚਿਤਵੰਤ ਰਹਿ ਵਡ ਰੂਪ ਕਿਰਪਾਲਾ। ਪਰ ਗੁਰੂ ਅੰਗਦ ਦੇਵ ਸਾਹਿਬ ਦਾ ਐਸਾ ਸੁਭਾਅ ਹੈ, ਪਿਆਰ ਹੋਵੇ ਸਿੱਖ ਦਾ, ਤੇ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਕੀਤਾ, ਐਸਾ ਹੀ ਹੋਣਾ ਚਾਹੀਦਾ। ਐਡਾ ਵੱਡਾ, ਇੰਨੀ ਵੱਡੀ ਪ੍ਰੇਮ ਦੀ ਖੇਡ
ਕਹਿ ਲਓ ਕਿ ਸਾਡੀ ਤੇ ਸੁਰਤ ਵਿੱਚ ਕੋਈ ਇੱਕ ਪਾਸਾ ਇੱਕ ਸੂਤਰ ਵੀ ਨਹੀਂ ਫੜਿਆ ਜਾਂਦਾ। ਕੈਸੀ ਪਿਆਰ ਦੀ ਖੇਡ ਸੀ ਉਹਨਾਂ ਦੀ। ਕਹਿੰਦੇ ਗੁਰੂ ਹਨ ਅੰਗਦ ਦੇਵ ਸਾਹਿਬ ਮਹਾਰਾਜ, ਜਦੋਂ ਵੀ ਬੈਠਣਾ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਨਾ, ਜਦੋਂ ਵੀ ਸੰਗਤ ਵਿੱਚ ਬੈਠਣਾ ਪਿਆਰੇ ਪਾਤਸ਼ਾਹ ਜੀ ਦੀਆਂ ਬਾਤਾਂ, ਉਹਨਾਂ ਦੀਆਂ ਵਿਚਾਰਾਂ, ਉਹਨਾਂ ਦੀਆਂ ਕਥਾ ਹੀ ਕਰਨੀਆਂ। ਚੌਪਈ ਬੁੱਢੇ ਸੋ ਗੋਸ਼ਟ ਨਿਤ ਠਾਨੈ, ਸ਼੍ਰੀ ਸਤਿਗੁਰ ਕੇ ਚਲਿਤ ਮਹਾਨੈ। ਰੋਜ਼ ਗੁਰਿਆਈ ਗੱਦੀ ਤੇ ਮਹਾਰਾਜ ਬੈਠਦੇ, ਪਲੰਘ ਦੇ ਉੱਤੇ ਬਿਰਾਜਮਾਨ ਹੁੰਦੇ। ਬਾਬਾ ਬੁੱਢਾ ਜੀ ਨਾਲ ਰੋਜ਼ ਗੱਲਾਂ ਕਰਨੀਆਂ। ਬਾਬਾ ਬੁੱਢਾ ਜੀ, ਤੁਸੀਂ ਤੇ ਗੁਰੂ ਨਾਨਕ ਪਿਆਰੇ ਪਾਤਸ਼ਾਹ ਜੀ ਨੂੰ ਬੜੇ ਪਹਿਲਾਂ ਤੋਂ ਜਾਣਦੇ, ਕੋਈ ਸੁਣਾਓ ਉਹਨਾਂ ਦੇ ਜੀਵਨ ਦੀ ਬਾਤ। ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਕਰਤਾਰਪੁਰ ਸਾਹਿਬ ਹੀ ਮਿਲੇ ਹੈ, ਭਾਈ ਲਹਿਣਾ ਜੀ। ਉਦੋਂ ਪਹਿਲਾਂ ਵਾਲੇ ਜੀਵਨ ਬਾਰੇ ਬਹੁਤਾ ਨਹੀਂ, ਜਿੰਨਾ ਕੁ ਉੱਥੇ ਕਰਤਾਰਪੁਰ ਸਾਹਿਬ ਸੇਵਾ ਕਰਦਿਆਂ ਕਰਦਿਆਂ ਜਾਣਿਆ ਜਦ ਸੇਵਾ ਕੀਤੀ। ਜੇ ਉਦੋਂ ਤਾਂ ਸੇਵਾ ਵਿੱਚ ਹੀ ਲੱਗੇ ਰਹੇ, ਉਦੋਂ ਕਿਹੜਾ ਸਮਾਂ ਸੀ ਵੀ ਪਿਛਲੀਆਂ ਗੱਲਾਂ ਵਿਚਾਰਾਂ ਸੁਣਿਆ ਜਾਣ। ਮਾੜਾ ਮੋਟਾ ਕਿਤੇ ਕੋਈ ਸਿੱਖ ਪੁਰਾਣਾ ਕੇ ਮਿਲਦਾ ਸੀ, ਗੱਲ ਹੁੰਦੀ, ਸੁਣ ਲੈਂਦੇ। ਇਹਨਾਂ ਦੇ ਮਨ ਵਿੱਚ ਬੜੀ ਚਾਹਨਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਚਪਨ ਤੋਂ ਜਿਹੜੀ ਖੇਡ ਆ, ਜਿਵੇਂ ਜਿਵੇਂ ਉਹਨਾਂ ਕੀਤਾ, ਮੈਂ ਸਾਰਾ ਜਾਣਾ। ਅਤੇ ਬਾਬਾ ਬੁੱਢਾ ਜੀ ਬੜੇ ਪੁਰਾਣੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਨਾਲ ਜੁੜੇ ਸਨ। ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਨੀ, ਹੱਥ ਜੋੜ ਕੇ ਦੇਖੋ ਕਿ ਤੁਸੀਂ ਵੀ ਗੁਰੂ ਨਾਨਕ ਸਾਹਿਬ ਦੇ ਪਰਮ ਪਿਆਰੇ ਸਿੱਖ ਹੋ, ਮੈਨੂੰ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਬਾਤ, ਉਹਨਾਂ ਦੀ ਕਥਾ ਕਹਾਣੀ ਸੁਣਾ ਦਿਓ। ਜਨਮ ਆਦ ਅਬ ਲਗ ਜੋ ਜਾਣੈ, ਸੋ ਸਭ ਰੀਤੀ ਭਲੇ ਬਖਾਨੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਪ੍ਰਕਾਸ਼ ਤੋਂ ਲੈ ਕੇ ਜਿਹੜਾ ਕੋਈ ਗੁਰਸਿੱਖ ਜਾਣਦਾ ਹੈ, ਭਾਈ ਮੈਨੂੰ ਉਹਨਾਂ ਬਾਰੇ ਦੱਸੋ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਇੱਛਾ ਹੈ। ਅੱਜ ਤੇ ਸਾਡੇ ਵਰਗੇ ਕਹਿੰਦੇ ਜੀ ਮੈਂ ਨਹੀਂ ਸੁਣਨਾ, ਇਤਿਹਾਸ ਤੋਂ ਕੀ ਲੈਣਾ। ਨਾ ਭਾਈ, ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਜੀਵਨ ਬਦਲਦਾ ਹੈ। ਦਾਅਵੇ ਨਾਲ ਮੈਂ ਇਹ ਗੁਰੂ ਆਸਰੇ ਕਹਿਣਾ, ਕੋਈ ਬੰਦਾ ਸ਼੍ਰੀ ਗੁਰਪ੍ਰਤਾਪ ਸੂਰਜ ਦੀ ਪੂਰੀ ਕਥਾ ਸੁਣ ਲਵੇ, ਕੁਛ ਨਾ ਕਰੇ, ਕੋਈ ਕਿੰਤੂ ਪਰੰਤੂ ਕੁਛ ਨਹੀਂ ਸੁਣੀ ਜਾਏ, ਜਿੱਦਣ ਇਹ ਪੂਰੀ ਹੋ ਗਈ ਉਦਣ ਉਹਦਾ ਜੀਵਨ ਗੁਰਸਿੱਖਾਂ ਵਾਲਾ ਬਣ ਜਾਏਗਾ, ਗੁਰਸਿੱਖ ਬਣੇਗਾ। ਯਕੀਨ ਹੈ ਇਸ ਗੱਲ ਦਾ। ਕਿਉਂ? ਜਿਹੜੇ ਸਵਾਲ ਅੱਜ ਉੱਠਦੇ ਉਹਨਾਂ ਦਾ ਉੱਤਰ ਅੱਗੇ ਆਈ ਜਾਏਗਾ, ਆਈ ਜਾਏਗਾ, ਆਈ ਜਾਏਗਾ। 2 ਸਾਲਾਂ 'ਚ ਹੁੰਦੀ ਪੂਰੀ ਕਥਾ ਇਹ, ਜੇ ਤਰੀਕੇ ਨਾਲ ਕੀਤੀ ਜਾਏ। ਜੇ ਉੱਦਾਂ ਲਮਕਾਈ ਜੀ ਜਾਏ ਫਿਰ ਤਾਂ ਭਾਵੇਂ 10 ਸਾਲ ਲਾ ਲਓ। ਕਈ 2 ਪੰਕਤੀਆਂ ਵੀ ਨਹੀਂ ਕਰਦੇ, ਆਪਣੀਆਂ ਫਿਲਾਸਫੀਆਂ ਵਿੱਚ ਘੋਟਣ ਲੱਗ ਜਾਂਦੇ। ਇਤਿਹਾਸ 'ਚ ਇੱਦਾਂ ਨਹੀਂ ਚੱਲਦਾ ਹੁੰਦਾ। ਇਤਿਹਾਸ ਲੜੀਵਾਰ ਹੁੰਦਾ। ਇਤਿਹਾਸ ਤਾਂ ਪਹਿਲਾਂ ਹੀ ਸਾਖੀ ਆ, ਉਹਨੂੰ ਹੋਰ ਕੀ ਤੁਸੀਂ ਸੁਲਝਾਓਗੇ। ਜੇ ਉਹਨੂੰ ਪਰਤ ਦਰ ਪਰਤ ਅੱਗੇ ਦੀ ਅੱਗੇ ਚੱਲੀ ਜਾਏ ਤੇ ਹਰੇਕ ਗੱਲ ਦਾ ਉੱਤਰ ਅੱਗੇ ਮਿਲ ਜਾਂਦਾ। ਅਤੇ ਇੱਛਾ ਰੱਖ ਕੇ, ਸਬਰ ਰੱਖ ਕੇ ਸੁਣ ਲਏ। ਅਤੇ ਫਿਰ ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਲਿਖਿਆ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਗੁਰੂ ਬਾਬੇ ਦੀਆਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੁੰਦਾ ਹੈ ਸੱਚ। ਕਹਿੰਦੇ ਬਾਬੇ ਦੀਆਂ ਕਹਾਣੀਆਂ ਨੇ, ਜਿਹੜੀਆਂ ਕਥਾ ਕਹਾਣੀਆਂ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਤੀਜੇ ਪਾਤਸ਼ਾਹ ਦਾ। ਕਹਿੰਦੇ ਇਹ ਜਿਹੜੀਆਂ ਬਾਬਾ ਜੀ ਦੀਆਂ ਬਾਤਾਂ ਨੇ, ਪੁੱਤਾਂ ਨੂੰ ਸਪੁੱਤਰ ਬਣਾਉਂਦੀਆਂ ਨੇ, ਇਸ ਲਈ ਇਹ ਬੜੀਆਂ ਲਾਜ਼ਮੀ ਹਨ। ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਗੁਰੂ ਹੋ ਕੇ ਗੁਰੂ ਨਾਨਕ ਸਾਹਿਬ ਦੀ ਸਾਖੀ, ਉਹਨਾਂ ਦੀ ਕਥਾ ਸੁਣਨੀ ਚਾਹੁੰਦੇ। ਜੇ ਗੁਰੂ ਜੀ ਉਹਨਾਂ ਦੀ ਕਥਾ, ਉਹਨਾਂ ਦੀ ਸਾਖੀ ਸੁਣਨਾ ਚਾਹੁੰਦੇ, ਤੇ ਭਾਈ ਫਿਰ ਸਾਨੂੰ ਕੀ ਹਰਜ ਹੈ ਆਪਣੇ ਗੁਰੂ ਪਿਆਰੇ ਦੀ ਕਥਾ ਸੁਣ ਕੇ? ਕੀ ਨੁਕਸਾਨ ਹੁੰਦਾ? ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਤਬ ਬੁੱਢਾ ਬੋਲਿਓ ਸੁਖ ਪਾਏ, ਐਸੋ ਏਕ ਪੁਰਖ ਲਖ ਜਾਏ। ਇੱਕ ਦਿਨ ਦੀ ਗੱਲ ਹੈ, ਗੁਰੂ ਅੰਗਦ ਦੇਵ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਬੁੱਢਾ ਸਾਹਿਬ ਜੀ, ਕੋਈ ਐਸਾ ਗੁਰਮੁਖ ਹੋਏਗਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਜਾਣਦਾ ਹੋਵੇ ਪੂਰੇ ਨੂੰ? ਕੋਈ ਤਾਂ ਹੋਵੇ। ਮੇਰੇ ਅੰਦਰ ਇੱਛਾ ਹੈ, ਤਮੰਨਾ ਹੈ ਕਿ ਸਾਰੀ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੀ ਮੈਨੂੰ ਕਥਾ ਸਮਝ ਲੱਗ ਜਾਏ, ਪਤਾ ਲੱਗ ਜਾਏ। ਬਾਬਾ ਬੁੱਢਾ ਜੀ ਨੇ ਉਸ ਵੇਲੇ ਆਖਿਆ, ਕਹਿੰਦੇ ਜੀ ਇਸ ਤਰ੍ਹਾਂ ਦੇ ਤਾਂ 2 ਬੰਦੇ ਸੀ। ਇੱਕ ਤੇ ਸੀ ਭਾਈ ਮਰਦਾਨਾ, ਜਿਹੜੇ ਨਾਲ ਰਹੇ, ਉਹ ਤੇ ਸੱਚਖੰਡ ਪਿਆਨਾ ਕਰ ਗਏ। ਪਰ ਇੱਕ ਗੁਰੂ ਨਾਨਕ ਸਾਹਿਬ ਦਾ ਹੋਰ ਸਾਥੀ ਸੀ ਭਾਈ ਵਾਲਾ, ਉਹ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ ਹੈ। ਯਾਤਰਾਵਾਂ ਦੇ ਵਿੱਚ, ਉਦਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਭਾਈ ਵਾਲਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ ਹਨ। ਜੇਕਰ ਕਿਤੇ ਉਹਨਾਂ ਨਾਲ ਆਪਣਾ ਸੰਪਰਕ ਹੋ ਜਾਏ, ਮਿਲ ਜਾਣ, ਤੇ ਆਪਾਂ ਸਾਰੀ ਕਥਾ ਉਹਨਾਂ ਤੋਂ ਸੁਣ ਸਕਦੇ ਹਾਂ।
ਬਾਲਾ ਜਾਟ ਵਸੈ ਤਲਵੰਡੀ ਤਿਨ ਬਿਲਾਸ ਦੇਖਿਓ ਨਵਖੰਡੀ। ਬਾਬਾ ਬੁੱਢਾ ਜੀ ਨੇ ਆਖਿਆ ਜੀ ਭਾਈ ਬਾਲਾ ਜੀ ਹਨ। ਗੁਰੂ ਜੀ ਨੇ ਆਖਿਆ ਕਿੱਥੋਂ ਰਹਿਣ ਵਾਲੇ ਨੇ? ਕਹਿੰਦੇ ਜੀ ਬਾਬਾ ਭਾਈ ਬਾਲਾ ਜੀ ਸੰਧੂ ਜੱਟ ਹਨ। ਇਹ ਵੈਸੇ ਦੱਸਣ ਦੀ ਗੱਲ ਹੈ ਇਤਿਹਾਸ 'ਚ, ਤਾਂ ਕਿ ਯਾਦ ਰਹਿ ਜਾਏ। ਉੱਦਾਂ ਜੱਟਵਾਦ ਜਾਂ ਜਾਤਵਾਦ ਗੁਰੂ ਘਰ 'ਚ ਨਹੀਂ ਆ। ਇਸ ਤਰ੍ਹਾਂ ਵੀ ਭਾਈ ਬਾਲਾ ਜੀ ਹਨ, ਰਹਿਣ ਵਾਲੇ ਹਨ ਤਲਵੰਡੀ ਦੇ। ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ ਬੜਾ ਲੰਮਾ ਸਮਾਂ। ਇਉਂ ਆਖਿਆ ਰਹਿਓ ਸੰਗ ਸਤਿਗੁਰ ਕੇ ਸਦਾ ਸੋ ਤੁਮ ਦਰਸ ਆਏ ਹੈ ਜਦਾ। ਮਹਾਰਾਜ ਜੀ ਜਦੋਂ ਭਾਈ ਬਾਲਾ ਜੀ ਆਉਣਗੇ ਨਾ ਤੁਹਾਡੇ ਦਰਸ਼ਨਾਂ ਨੂੰ ਜ਼ਰੂਰ ਆਉਣਗੇ। ਉਹ ਬੜੇ ਪਿਆਰੇ ਹਨ ਗੁਰੂ ਜੀ ਦੇ। ਜਦੋਂ ਆਏ ਉਦੋਂ ਆਪਾਂ ਉਹਨਾਂ ਨੂੰ ਸਾਰੀ ਗੱਲਬਾਤ ਪੁੱਛ ਲਵਾਂਗੇ, ਬੇਨਤੀ ਕਰ ਲਵਾਂਗੇ ਅਸੀਂ ਸਾਰੇ। ਅਤੇ ਉਹ ਗੁਰੂ ਜੀ ਦੀਆਂ ਜੀਵਨ ਦੀਆਂ ਬੜੀਆਂ ਲੌਕਿਕ ਕਥਾ ਜਾਣਦੇ ਹਨ। ਕਹਿੰਦੇ ਉਹਨਾਂ ਤੋਂ ਆਪਾਂ ਸਾਰੀ ਕਥਾ ਗੁਰੂ ਜੀ ਦੀ ਸੁਣ ਲਵਾਂਗੇ, ਜਿੰਨਾ ਮਰਜ਼ੀ ਸਮਾਂ ਲੱਗ ਜਾਵੇ, ਸਾਨੂੰ ਕਿਹੜਾ ਕਾਹਲੀ ਕੋਈ। ਅਤੇ ਜੋ ਕੁਝ ਗੁਰੂ ਨਾਨਕ ਸਾਹਿਬ ਜੀ ਨੇ ਕੌਤਕ ਕੀਤੇ, ਉਹਨਾਂ ਅੱਖੀਂ ਡਿੱਠਾ ਹਾਲ ਬੜਾ ਯਾਦ ਹੈ ਉਹਨਾਂ ਦੇ, ਤਾਂ ਉਹਨਾਂ ਤੋਂ ਪੁੱਛਾਂਗੇ। ਇਉਂ ਸਾਧ ਸੰਗਤ ਜੀ ਭਾਈ ਬਾਲਾ ਜੀ ਫਿਰ ਆਏ ਗੁਰੂ ਜੀ ਦੇ ਦਰਸ਼ਨ ਕਰਨ। ਉਹਨਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਨੇ ਆਖਿਆ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਦਾ ਸਾਰਾ ਸਾਨੂੰ ਹਾਲ ਇਤਿਹਾਸ ਸੁਣਾਓ। ਉਹਨਾਂ ਨੇ ਫਿਰ ਸਾਰਾ ਸੁਣਾਇਆ। ਜੋ ਬਚਪਨ ਦਾ ਸੀ ਉਹਨਾਂ ਨੇ ਆਖਿਆ ਜੀ ਜਨਮ ਦਾ ਤਾਂ ਮੈਨੂੰ ਵੀ ਨਹੀਂ ਪਤਾ। ਜਨਮ ਦਾ ਇੱਕ ਗੁਰੂ ਜੀ ਦਾ ਸਾਰਾ ਹਾਲ ਲਿਖਦਾ ਸੀ ਪੰਡਿਤ ਹਰਦਿਆਲ। ਉਹਨਾਂ ਦੀ ਜਨਮ ਸਾਖੀ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਦੇ ਪਿਤਾ ਦੇ ਘਰ ਬਾਬਾ ਕਲਿਆਣ ਚੰਦ ਦੇ ਘਰ ਪਈ ਹੈ। ਅਤੇ ਉਹ ਪਿਤਾ ਜੀ ਤੇ ਸੱਚਖੰਡ ਚਲੇ ਗਏ। ਉਹਨਾਂ ਦੇ ਚਾਚਾ ਭਾਈ ਲਾਲ ਚੰਦ ਜੀ ਹਨ, ਉੱਥੋਂ ਲੈ ਆਈਏ। ਫਿਰ ਤਲਵੰਡੀ ਰਾਏ ਭੋਜ ਦੀ ਤਲਵੰਡੀ ਤੋਂ ਜਾ ਕੇ ਫਿਰ ਜਨਮ ਸਾਖੀ ਲਿਆਂਦੀ, ਸਾਰੀ ਬਚਪਨ ਦਾ ਹਾਲ ਉੱਥੋਂ ਮਾਲੂਮ ਕੀਤਾ। ਉਦੋਂ ਅੱਗੇ ਦਾ ਹਾਲ ਭਾਈ ਬਾਲਾ ਜੀ ਆਪ ਜਾਣਦੇ ਸਨ, ਉਹ ਸਾਰਾ ਸੁਣਾਇਆ। ਜਿੱਥੋਂ ਭਾਈ ਬਾਲਾ ਜੀ ਨਹੀਂ ਸੀ ਜਾਣਦੇ, ਬਾਬਾ ਬੁੱਢਾ ਜੀ ਨੂੰ ਪਤਾ ਸੀ, ਉਹਨਾਂ ਨੇ ਸੁਣਾਇਆ ਕੁਝ ਹੋਰ। ਭਾਈ ਸਧਾਰਨ ਜੀ ਵਰਗੇ ਗੁਰਸਿੱਖ ਸਨ, ਉਹਨਾਂ ਨੇ ਸਾਰੀਆਂ ਸਾਖੀਆਂ ਦੱਸੀਆਂ। ਅਤੇ ਗੁਰੂ ਅੰਗਦ ਦੇਵ ਜੀ ਤੇ ਆਪ ਕਰਤਾਰਪੁਰ ਸਾਹਿਬ ਦਾ ਤੇ ਸਾਰਾ ਹੀ ਹਾਲ ਜਾਣਦੇ ਸਨ। ਮਸਾਂ ਹੀ ਕਦੇ ਵਿੱਚ ਦੀ ਗਏ ਹੁਣ 2-4 ਦਿਨ 10 ਦਿਨ ਵੱਖਰੀ ਗੱਲ ਹੈ, ਨਹੀਂ ਤਾਂ ਗੁਰੂ ਜੀ ਨੂੰ ਛੱਡ ਕੇ ਹੀ ਨਹੀਂ ਸੀ ਗਏ। ਇਸ ਤਰੀਕੇ ਫਿਰ ਉਹ ਸਾਰੀ ਇਤਿਹਾਸ ਦੀ ਕਥਾ ਕਲਮਬੰਦ ਕੀਤੀ ਗਈ, ਜਿਹਨੂੰ ਜਨਮ ਸਾਖੀ ਭਾਈ ਬਾਲੇ ਵਾਲੀ ਕਹਿੰਦੇ ਹਾਂ। ਭਾਈ ਪੈੜਾ ਭਾਈ ਮੋਖਾ ਜੀ ਦੇ ਕੋਲੋਂ ਗੁਰੂ ਜੀ ਨੇ ਲਿਖਵਾਈ ਉਹ ਸਾਰੀ, ਤਾਂ ਕਿ ਗੁਰਸਿੱਖਾਂ ਦੇ ਭਲੇ ਦੇ ਲਈ ਗੁਰਸਿੱਖ ਗੁਰੂ ਜੀ ਦੀ ਕਥਾ ਨੂੰ ਸੁਣ ਪੜ੍ਹ ਕੇ ਅਤੇ ਲਾਭ ਉਠਾ ਸਕਣ। ਬਾਅਦ ਵਿੱਚ ਹੌਲੀ ਹੌਲੀ ਉਹਦੇ ਵਿੱਚ ਹਿੰਦਾਲੀਆਂ ਵਰਗਿਆਂ ਨੇ, ਹੋਰ ਕਈਆਂ ਨੇ ਸਾਧ ਸੰਗਤ ਜੀ ਵਾਧੇ ਵੀ ਕੁਝ ਕੀਤੇ, ਘਾਟੇ ਵਾਧੇ ਵੀ ਕੀਤੇ। ਕੁਝ ਚੰਗੀਆਂ ਸਾਖੀਆਂ ਨੂੰ ਉਹਨਾਂ ਨੇ ਤੋੜ ਮਰੋੜ ਕੇ ਵੀ ਪੇਸ਼ ਕੀਤਾ। ਪਰ ਫਿਰ ਵੀ ਜਿਹੜੇ ਗੁਰਮਤਿ ਤੋਂ ਜਾਣੂ, ਜਿਨ੍ਹਾਂ ਨੂੰ ਗੁਰੂ ਦੀ ਮਹਾਰਾਜ ਜੀ ਦੀ ਕਿਰਪਾ, ਜਿਨ੍ਹਾਂ ਨੂੰ ਇਤਿਹਾਸ ਬਾਰੇ ਹੋਰ ਕਈ ਗ੍ਰੰਥਾਂ ਦੀ ਸਮਝ ਹੈ, ਉਹ ਫਿਰ ਸਾਧ ਸੰਗਤ ਜੀ ਗੁਰਬਾਣੀ ਪੜ੍ਹ ਕੇ ਫਿਰ ਗੁਰੂ ਜੀ ਦੇ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਸਾਖੀ ਹੈ। ਇਉਂ ਸਮਝ ਲਓ ਮਾੜੀ ਮੋਟੀ ਮਿਲਾਵਟ ਜਿਵੇਂ ਆਟੇ 'ਚ ਲੂਣ ਹੁੰਦਾ, ਇਉਂ ਥੋੜ੍ਹੀ ਬਹੁਤੀ ਜਿਹੜੀ ਹੋਈ ਹੁੰਦੀ ਹੈ ਉਹਨੂੰ ਸ਼ੋਧ ਲਿਆ ਜਾਂਦਾ ਹੈ। ਅਤੇ ਭਾਈ ਵੀਰ ਸਿੰਘ ਜੀ ਵਰਗੇ ਵੱਡੇ ਵਿਦਵਾਨਾਂ ਨੇ ਉਹ ਸਾਰਾ ਕੁਝ ਸ਼ੋਧ ਕੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਥੱਲੇ ਉਹਨਾਂ ਨੇ ਫੁੱਟਨੋਟਾਂ ਵਿੱਚ ਲਿਖ ਦਿੱਤਾ। ਸਾਡੀ ਉਹ ਵੀ ਮਿਹਨਤ ਲਗਭਗ ਖਤਮ ਹੀ ਹੋ ਗਈ। ਉਹਨਾਂ ਸਾਰਾ ਕੁਝ ਅੱਗੇ ਰੱਖ ਦਿੱਤਾ ਵੀ ਆਹ ਠੀਕ ਆ, ਇੰਨੀ ਕੁ ਗੱਲ ਠੀਕ ਨਹੀਂ ਹੈ, ਇਹ ਬਾਅਦ ਵਿੱਚ ਮਿਲਾਈ ਗਈ। ਪਰ ਫਿਰ ਵੀ ਉਹ ਸਾਡੇ ਬਹੁਤ ਪੁਰਾਤਨ ਇਤਿਹਾਸਕ ਸਰੋਤ ਹਨ। ਤਾਂ ਉਹ ਲਿਖ ਰਹੇ ਹਨ ਕਿ ਇਉਂ ਗੁਰੂ ਅੰਗਦ ਦੇਵ ਸਾਹਿਬ ਨੇ ਸਾਰਾ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸੁਣਿਆ। ਕਹਿੰਦੇ ਉਹ ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਸਾਰਾ ਤੁਹਾਨੂੰ ਸੁਣਾ ਆਏ ਹਾਂ। ਉਹ ਉਹੀ ਜਨਮ ਸਾਖੀ ਅਤੇ ਉਹ ਹਵਾਲਿਆਂ ਤੋਂ ਲਿਆ ਗਿਆ ਹੈ। ਸ੍ਰੀ ਬਾਬਾ ਨਾਨਕ ਕਰੇ ਕੁਝ ਜੀਵਨ ਵਿੱਚ ਕੌਤਕ ਕੀਤੇ। ਕਵੀ ਜੀ ਕਹਿੰਦੇ ਉਹ ਪ੍ਰਸੰਗ ਤੁਹਾਨੂੰ ਜਿੰਨੇ ਕੁ ਸਾਡੇ ਹੱਥ ਲੱਗੇ ਇਸ ਦਿਨ ਪ੍ਰੇਮ ਲੱਗਿਓ ਤਿਨ ਕੇਰਾ ਸਿਮਰਹਿ ਸਤਿ
ਸੰਜ ਸਵੇਰਾ। ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਜਿਹੜਾ ਪ੍ਰੇਮ ਹੈ ਬੜਾ ਜ਼ਿਆਦਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਹੈ। ਸਵੇਰੇ ਸ਼ਾਮ ਉਹਨਾਂ ਦੀ ਉਹ ਕਥਾ, ਉਹਨਾਂ ਦੇ ਜੀਵਨ ਦੀ ਵਿਚਾਰ ਚੱਲਦੀ ਹੈ। ਸੁਣੀ ਜਨਮ ਸਾਖੀ ਗੁਰ ਸਾਰੀ, ਕੁਸ਼ ਵਿਰਾਗ ਤੇ ਧੀਰਜ ਧਾਰੀ। ਜਦੋਂ ਗੁਰੂ ਜੀ ਦੇ ਦਰਸ਼ਨ ਕਰ ਲਈਏ, ਉਹਨਾਂ ਦੇ ਨਾਲ ਵਾਚਨ ਕਰੀਏ ਤੇ ਅਹੋ ਭਾਗ, ਜੇ ਗੁਰੂ ਜੀ ਕੋਲ ਨਾ ਹੋਣ ਉਹਨਾਂ ਦੀਆਂ ਬਾਤਾਂ ਕਰ ਲਈਏ ਤਾਂ ਵੀ ਸਕੂਨ ਮਿਲਦਾ ਹੈ। ਉਹਨਾਂ ਦੀ ਹੋਂਦ ਦਾ ਅਹਿਸਾਸ ਹੁੰਦਾ ਜਦੋਂ ਉਹਦੀਆਂ ਗੱਲਾਂ ਕਰੀਏ। ਜਦੋਂ ਤੇ ਬਾਣੀ ਪੜ੍ਹੀਏ, ਗੁਰੂ ਨਾਨਕ ਸਾਹਿਬ ਜੀ ਦੀ ਪੜ੍ਹਦੇ ਸਨ ਗੁਰੂ ਅੰਗਦ ਦੇਵ ਸਾਹਿਬ ਖੁਦ ਵੀ ਬਾਣੀ, ਉਦੋਂ ਤੇ ਗੁਰੂ ਨਾਨਕ ਸਾਹਿਬ ਨਾਲੇ ਬਾਤਾਂ ਹੁੰਦੀਆਂ, ਪਰ ਜਦੋਂ ਸ਼ਾਮਾਂ ਦੇ ਸਮੇਂ ਬੈਠਦੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਇਤਿਹਾਸ ਦੀ ਕਥਾ ਹੁੰਦੀ, ਭਾਈ ਵਾਲਾ ਜੀ ਸੁਣਾਉਂਦੇ, ਜਨਮ ਸਾਖੀ ਲਿਖੀ ਗਈ ਉਹਦੀ ਵਾਰਤਾ ਹੁੰਦੀ, ਤੇ ਫਿਰ ਸਾਧ ਸੰਗਤ ਵੈਰਾਗ ਸੀ ਜਿਹੜਾ ਥੰਮ ਜਾਂਦਾ ਸੀ, ਥੋੜ੍ਹਾ ਜਿਹਾ ਧੀਰਜ ਆ ਜਾਂਦਾ ਸੀ। ਜਿਸ ਸਿੱਖਣ ਕੇ ਭਾਗ ਵਿਸਾਲਾ, ਸੇਵਹਿ ਬਾਣੀ ਸੁਨਹਿ ਰਸਾਲਾ। ਕਹਿੰਦੇ ਜਿਹੜੇ ਗੁਰਸਿੱਖਾਂ ਦੇ ਭਾਗ ਚੰਗੇ ਆ ਨਾ ਜੀ, ਉਹ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ, ਬਾਣੀ ਸੁਣਦੇ ਹਨ। ਤਉ ਗੁਰੂ ਅੰਗਦ ਇਸ ਰੀਤਾ, ਬੋਲਹਿ ਅਲਪ ਨ ਠਾਨਹਿ ਪ੍ਰੀਤਾ। ਗੁਰੂ ਅੰਗਦ ਦੇਵ ਜੀ ਦੀ ਰੀਤੀ ਐਸੀ ਹੈ, ਗੁਰੂ ਜੀ ਦੇ ਬਾਰੇ ਸੁਣਦੇ, ਬਾਣੀ ਸੁਣਦੇ ਰਹਿੰਦੇ, ਘੱਟ ਬੋਲਦੇ, ਕਿਸੇ ਨਾਲ ਕੋਈ ਬਹੁਤੀ ਗੱਲ ਨਾ ਕਰਦੇ। ਜੇ ਕੋਈ ਜਿੰਨੀ ਕੋਈ ਗੱਲ ਪੁੱਛਦਾ ਬਸ ਉਹਨਾਂ ਕੇ ਜਵਾਬ ਦਿੰਦੇ ਹਨ। ਬਾਲਿਕ ਦਸ਼ਾ ਵਿਖੇ ਨਿਤ ਰਹੈ, ਹਰਖ ਸ਼ੋਕ ਜਿਨ ਲੇਸ਼ ਨ ਹੈ। ਬਸ ਆਪਣੇ ਆਨੰਦ 'ਚ ਟਿਕੇ ਰਹਿੰਦੇ, ਨਾ ਕਿਸੇ ਗੱਲ ਦੀ ਖੁਸ਼ੀ ਨਾ ਕਿਸੇ ਗੱਲ ਦੀ ਗਮੀ, ਸਹਿਜ ਵਿੱਚ ਰਹਿਣਾ ਉਹਨਾਂ ਦਾ ਸੁਭਾਅ ਹੈ। ਦੋਹਰਾ ਨਿਤਾ ਪ੍ਰਤ ਸ੍ਰੀ ਸਤਿਗੁਰੂ, ਇਹ ਵਿਦ ਕਰਤ ਉਚਾਰ। ਇਹ ਹੁਣ ਗੁਰੂ ਅੰਗਦ ਦੇਵ ਜੀ ਦੀ ਦੱਸ ਰਹੇ ਆ ਕਿਵੇਂ ਦੀ ਕਿਰਿਆ ਹੈ ਰੋਜ਼ ਦੀ। ਸਮਝ ਲਿਓ ਕਿਵੇਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੋਜ਼ ਰੋਜ਼ ਰਹਿੰਦੇ ਹਨ। ਜਿਵੇਂ ਗੁਰੂ ਨਾਨਕ ਅੰਗਦ ਦੇਵ ਜੀ ਰੋਜ਼ ਵਿਹਾਰ ਕਰਦੇ, ਉਹ ਸੁਣੋ ਕਿਵੇਂ। ਸੁਨਤ ਉਚਾਰਤ ਸਿੱਖ ਕੋ, ਭੋਜਲ ਕਰ ਹੈ ਪਾਰ। ਜਿਹੜਾ ਵੀ ਕੋਈ ਸਿੱਖ ਇਹ ਕਥਾ ਨੂੰ ਸੁਣੇਗਾ ਜਾਂ ਕਰੇਗਾ, ਅੱਗੇ ਲੋਕਾਂ ਨੂੰ ਦੱਸੇਗਾ, ਕਹਿੰਦੇ ਸਹਿਜੇ ਹੀ ਭਵਜਲ ਤੋਂ ਪਾਰ ਉਤਾਰਾ ਕਰ ਜਾਏਗਾ। ਐਸੀ ਸੁਖਦਾਈ ਕਥਾ ਹੈ। ਚੌਪਈ ਜਾਮ ਜਾਮਨੀ ਜਾਗਰਨ ਹੋਏ, ਸਹਿਜਾ ਤਜਹਿ ਸੈਨ ਕੀ ਜੋਏ। ਕਹਿੰਦੇ ਅੰਮ੍ਰਿਤ ਵੇਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠ ਜਾਇਆ ਕਰਦੇ। ਸੇਜਾ ਹੈ ਜਿਹੜੇ ਉਹਨੂੰ ਛੱਡ ਦੇਣਾ, ਇਹ ਕੀ ਹੁੰਦਾ? ਇੱਕਦਮ ਨੀਂਦ ਖੁੱਲੇ ਉੱਠ ਜਾਓ ਤੇ ਫਿਰ ਉੱਠ ਗਏ। ਇਹ ਲਾਲਚ ਕਰ ਬਸ ਉਹ 5 ਮਿੰਟ ਕਈ ਵਾਰ ਸਾਧ ਸੰਗਤ ਹੁੰਦੇ ਆ। ਇਹ ਤਾਂ ਨੀਂਦ ਤਾਂ ਸਭ ਨਾਲੋਂ ਪਿਆਰੀ ਨਾ, ਉਦੋਂ ਫਿਰ ਨੀਂਦ ਹੀ ਲੱਗਦੀ ਹੈ, ਸਾਰੇ ਕੰਮ ਲੇਟ ਹੋ ਜਾਂਦੇ ਭਾਵੇਂ। ਇਸ ਲਈ ਇਹਦਾ ਇੱਕੋ ਹੀ ਇੱਕ ਨੁਕਤਾ ਹੈ, ਅਲਾਰਮ ਲਾ ਲਓ। ਆਪਾਂ ਤੇ ਆਪਣੇ ਵਰਗੇ ਦਾ ਅਲਾਰਮ ਨਾਲ ਉੱਠਦੇ, ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਨੂੰ ਅਲਾਰਮ ਦੀ ਲੋੜ ਨਹੀਂ, ਜਿਨ੍ਹਾਂ ਦੀਆਂ ਪੱਕੀਆਂ ਜੁੜੀਆਂ ਬਿਰਤੀਆਂ, ਉਹਦੇ ਆਪਣੇ ਆਪ ਹੀ ਅੱਖ ਖੁੱਲ੍ਹ ਜਾਂਦੀ, ਸਰੀਰ ਉੱਥੇ ਹੀ ਪੱਕਿਆ ਹੋਇਆ। ਅੰਮ੍ਰਿਤ ਵੇਲੇ ਉੱਠਣਾ, ਉੱਠਦਿਆਂ ਹੀ ਬਸ ਅੱਖ ਖੋਲ੍ਹਣੀ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਣਾ ਤੇ ਬੈਠ ਜਾਣਾ। ਜੇ ਆਪਣੇ ਵਰਗੇ ਬੰਦੇ ਜਾਂ ਬੈਠੋ ਜਾਂ ਤੁਰ ਪੋ, ਭਾਵੇਂ ਮੈਡੀਕਲੀ ਤੌਰ 'ਤੇ ਤਾਂ ਕਈ ਆਖਣਗੇ ਜੀ ਇੱਦਾਂ ਹੋ ਜਾਏਗਾ, ਕੁਛ ਨਹੀਂ ਹੁੰਦਾ। ਕਈ ਆਖਣਗੇ ਜੀ ਕਿਤੇ ਕੋਈ ਨੁਕਸਾਨ, ਕੋਈ ਨੁਕਸਾਨ ਨਹੀਂ। ਨੀਂਦ ਖੁੱਲ੍ਹਦੀ ਆ, ਉੱਠ ਕੇ ਬੈਠੋ, ਖੜ੍ਹੇ ਹੋ ਜਾਓ, ਬਸ ਤੁਰ ਲਓ, ਥੋੜ੍ਹਾ ਜਿਹਾ ਸੈਰ ਕਰ ਲਓ, ਫਿਰ ਨੀਂਦ ਚਲੀ ਜਾਂਦੀ ਹੈ। ਜੇ 5 ਮਿੰਟ ਕਰ ਤੇ ਫਿਰ ਲੇਟ ਹੋ ਜਾਏ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨਿੱਤ ਕਿਰਿਆ, ਉਹ ਤੇ ਅਸਲ ਗੱਲ ਤੇ ਹੈ, ਗੁਰੂ ਤੇ ਕਦੇ ਕਹਿੰਦੀ ਆ ਸਤਿਗੁਰ ਜਾਗਤਾ ਹੈ ਦਿਓ। ਇਹ ਜਿਹੜਾ ਬਾਹਰੀ ਕੁਝ ਸੁਣ ਰਿਹਾ, ਇਹ ਸਾਡੇ ਲਈ ਹੈ, ਇਹ ਵੀ ਸਿੱਖ ਸਾਨੂੰ ਦੱਸਣ ਲਈ ਕਰਦੇ ਆ। ਉਹ ਉਹਨਾਂ ਦੇ ਲਈ ਨਾ ਸੌਣਾ ਲਾਜ਼ਮੀ, ਨਾ ਉੱਠਣਾ। ਉਹ ਚਾਣ ਤੇ ਸੂਰਜ ਚੜ੍ਹੇ ਤੱਕ ਸੁੱਤੇ, ਉਹਨਾਂ ਦੇ ਤਾਂ ਅੰਦਰ ਰੋਮ ਰੋਮ ਵਿੱਚ ਨਾਮ ਹੈ। ਨਾਮ ਕੀ, ਨਾਮ ਦੇ ਮਾਲਕ ਉਹ ਖੁਦ ਪਰਮਾਤਮਾ ਹੈ, ਉਹਨਾਂ ਨੂੰ ਕੀ ਕਿਸੇ ਦੀ ਲੋੜ ਥੋੜ੍ਹਾ। ਪਰ ਇਹ ਕਿਰਿਆ ਜੋ ਬਾਹਰੀ ਕਰਦੇ, ਇਸ ਲਈ ਕਰਦੇ ਤਾਂ ਕਿ ਸਾਡੇ ਵਰਗੇ ਅਲਪੱਗ ਜੀਵ ਉਹਨਾਂ ਤੋਂ ਕੋਈ ਸੇਧ ਲੈ ਲੈਣ। ਇਸ ਲਈ ਦੱਸ ਰਹੇ ਕਵੀ ਜੀ, ਅੰਮ੍ਰਿਤ ਵੇਲੇ ਗੁਰੂ ਜੀ ਨੇ ਉੱਠ ਜਾਣਾ।
ਤੇ ਸਾਧ ਸੰਗਤ ਜੀ ਉੱਠ ਕੇ ਇਸ਼ਨਾਨ ਕਰਨਾ, ਦਾਤਣ ਕਰਨੀ, ਐਨ ਸ਼ੁੱਧਤਾ ਦੇ ਨਾਲ ਹੋ ਜਾਣਾ। ਬੋਹਰ ਬਦਨ ਅਰਬਿੰਦ ਪਖਾਰੈ ਸੀਤਲ ਨੀਰ ਇਸ਼ਨਾਨ ਸੁਧਾਰੈ। ਹਾਂ, ਸਰੀਰ ਨੂੰ ਧੋਂਦੇ, ਇਸ਼ਨਾਨ ਕਰਦੇ ਸ਼ੁੱਧ ਪਾਣੀ ਦੇ ਨਾਲ, ਠੰਡੇ ਦੇ ਨਾਲ। ਨਿਜ ਆਨੰਦ ਮੈਂ ਨਿਸ਼ਚਲ ਹੋਏ ਲਗ ਸਮਾਧ ਨਿਰਵਿਕਲਪ ਜੋਏ। ਆਪਣੇ ਨਿੱਜੀ ਆਨੰਦ ਵਿੱਚ, ਨਿਜ ਆਨੰਦ ਮੈਂ ਨਿਸ਼ਚਲ ਹੋਏ, ਆਪਣੇ ਆਨੰਦ ਦੇ ਵਿੱਚ ਟਿਕ ਜਾਂਦੇ। ਫਿਰ ਸਮਾਧੀ ਲਾ ਲੈਂਦੇ, ਇਸ਼ਨਾਨ ਪਾਣੀ ਕਰਕੇ ਚੌਂਕੜਾ ਲਾ ਲੈਣਾ, ਬੈਠ ਜਾਣਾ ਆਪਣੇ ਆਪੇ ਦੇ ਸਰੂਪ ਵਿੱਚ। ਕਵੀ ਜੀ ਨੇ ਬੜੇ ਸੰਕੋਚ ਨਾਲ ਸ਼ਬਦ ਵਰਤੇ ਆ, ਇੱਥੇ ਕੋਈ ਹੋਰ ਸ਼ਬਦ ਨਹੀਂ ਵਰਤੇ। ਕਹਿੰਦੇ ਆਪਣੇ ਨਿਜ ਆਨੰਦ, ਨਿਜ ਆਨੰਦ ਜਣੀ ਆਪਣੇ ਰੂਪ ਵਿੱਚ ਹੀ ਟਿਕਣਾ, ਜਣੀ ਪ੍ਰਮਾਤਮਾ ਦਾ ਰੂਪ ਗੁਰੂ ਸਾਹਿਬ ਹਨ। ਸੋ ਆਪਣੇ ਹੀ ਰੂਪ ਵਿੱਚ, ਆਪਣੇ ਆਪੇ ਦੇ ਵਿੱਚ ਟਿਕ ਜਾਂਦੇ ਹਨ। ਭਈ ਪ੍ਰਾਤ ਸੂਰਜ ਜਬ ਨਿਕਸੈ ਕਮਲ ਬਿਲੋਚਨ ਸੁੰਦਰ ਬਿਕਸੈ। ਭਈ ਪ੍ਰਾਤ ਸੂਰਜ ਜਬ ਨਿਕਸੈ, ਕਹਿੰਦੇ ਜਦੋਂ ਦਿਨ ਚੜ੍ਹੇ, ਸੂਰਜ ਚੜ੍ਹਦਾ, ਜਦੋਂ ਲਾਲੀ ਜੀ ਹੁੰਦੀ ਸੂਰਜ ਚੜ੍ਹਦੇ ਦੀ ਨਾ, ਉਸ ਵੇਲੇ ਫਿਰ ਕਮਲ ਬਿਲੋਚਨ ਸੁੰਦਰ ਵਿਕਸੈ। ਗੁਰੂ ਅੰਗਦ ਦੇਵ ਮਹਾਰਾਜ ਫਿਰ ਨੇਤਰ ਖੋਲ੍ਹਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਚੌਂਕੜਾ ਮਾਰ ਕੇ ਸਿਮਰਨ ਕਰਨ ਬੈਠਣਾ। ਅੱਜ ਤੇ ਭਾਵੇਂ ਨਵੇਂ ਹੀ ਤਰ੍ਹਾਂ ਦੇ ਨਮੂਨੇ ਚੱਲ ਪਏ, ਕਹਿੰਦੇ ਸਿਮਰਨ ਦੀ ਲੋੜ ਹੀ ਨਹੀਂ, ਬਸ ਬੈਠਣ ਦੀ ਲੋੜ ਹੀ ਨਹੀਂ, ਚੌਂਕੜਾ ਮਾਰਨ ਦੀ ਲੋੜ ਹੀ ਨਹੀਂ। ਇੱਦਾਂ ਦੀਆਂ ਵੀ ਸਿੱਖਿਆਵਾਂ ਤੁਹਾਨੂੰ ਦਿੰਦੇ ਆ। ਚਲੋ ਵਾਹਿਗੁਰੂ ਉਹਨਾਂ ਨੂੰ ਵੀ ਸਮੱਤ ਬਖਸ਼ੇ ਭਾਈ, ਜਿੱਦਾਂ ਤੁਸੀਂ ਚੱਲਦੇ ਤੁਸੀਂ ਚੱਲੀ ਜਾਓ। ਪਰ ਇਤਿਹਾਸ ਤੇ ਕਹਿੰਦਾ ਗੁਰੂ ਜੀ ਚੌਂਕੜਾ ਲਾ ਕੇ ਬੈਠਦੇ ਤੇ ਸਵੇਰ, ਜੇ ਜਿਹਨੂੰ ਕਿਸੇ ਨੂੰ ਸ਼ੰਕਾ ਹੈ, ਬਸ 15 ਦਿਨ, ਮਹੀਨਾ 2 ਮਹੀਨੇ ਕਰਕੇ ਦੇਖ ਲਓ, ਚੌਂਕੜਾ ਲਾ ਕੇ ਸਵੇਰੇ ਬੈਠ ਕੇ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਕੇ ਬੋਲ ਕੇ ਸਿਮਰਨ ਸ਼ੁਰੂ ਕਰ ਦਿਓ। 3 ਵਜੇ ਉੱਠ ਜਾਓ, ਜੇ ਕੰਮ ਧੰਦੇ ਜਾਣਾ ਉੱਠ ਕੇ ਇਸ਼ਨਾਨ ਪਾਣੀ ਕਰ ਲਓ, ਸਿਮਰਨ ਕਰੋ ਤੇ ਫਿਰ ਸੌਂ ਜਾਓ। ਕਈਆਂ ਨੂੰ ਹੁੰਦਾ ਵੀ ਜੀ ਸਾਡਾ ਸਰੀਰ ਸੈੱਟ ਨਹੀਂ ਹੁੰਦਾ, ਫਿਰ ਸੌਂ ਜਿਓ। ਕਰਕੇ ਵੇਖੋ ਤੁਸੀਂ, ਆਨੰਦ ਜੋ ਆਊ। ਜੇ ਤੁਸੀਂ ਇੱਕ ਵਾਰ ਰਸ ਆ ਗਿਆ ਨਾ, ਤਰਕ ਸ਼ਾਸਤਰੀ 3600 ਤੁਹਾਡੇ ਅੱਗੇ ਪਿੱਛੇ ਘੁੰਮਦੇ ਫਿਰਨ ਵੀ ਇਹਦਾ ਕੋਈ ਫਾਇਦਾ ਨਹੀਂ। ਤੁਹਾਡਾ ਜੇ ਉਹ ਰਸ ਤੋੜ ਦੇਣ ਤੇ ਮੈਨੂੰ ਕਹਿ ਦਿਓ ਵੀ ਭਾਈ ਸਾਹਿਬ ਫਲਾਣੇ ਨੇ ਮੈਨੂੰ ਆ ਕੇ ਆਖਿਆ, ਉਹਨੇ ਬੜੀਆਂ ਦਲੀਲਾਂ ਦਿੱਤੀਆਂ, ਮੈਨੂੰ ਦਲੀਲਾਂ ਨਾਲ ਮੈਨੂੰ ਹਟਾ ਦਿੱਤਾ ਨਾਮ ਜਪਣੋਂ। ਤੁਹਾਨੂੰ ਹਟਾ ਨਹੀਂ ਸਕਦਾ, ਹਟਦੇ ਹੀ ਉਹਨੇ ਜਿਹੜੇ ਕਹਿੰਦੇ ਜੀ ਅਸੀਂ ਨਹੀਂ ਜਪਦੇ। ਉਹ ਤੂੰ ਜਪਿਆ ਕਿੱਦਣ ਸੀ? ਟੁੱਟਦੇ ਹੀ ਉਹਨੇ ਜਿਹੜੇ ਪਹਿਲਾਂ ਹੀ ਟੁੱਟੇ ਹੁੰਦੇ ਆ। ਅਤੇ ਜਿਨ੍ਹਾਂ ਨੇ ਕਦੇ ਜਪਿਆ ਨਾ, ਰਸ ਆਇਆ, ਉਹਨਾਂ ਨੂੰ ਤੋੜ ਕੇ ਦਿਖਾਣ, ਉਹ ਨਹੀਂ ਟੁੱਟ ਸਕਦੇ। ਉਹਨਾਂ ਨੂੰ ਆਨੰਦ ਆਇਆ ਹੋਇਆ, ਉਹਨਾਂ ਨੂੰ ਪਤਾ ਖੇਡ ਕੀ ਹੈ। ਤਾਂ ਅੰਮ੍ਰਿਤ ਦੇ ਚੌਂਕੜੇ ਵਿੱਚ ਬੈਠ ਜਾਂਦੇ ਸਮਾਧਾਨ ਹੋ ਕੇ। ਤਾਂ ਸਾਧ ਦੀ ਲਾਲੀ ਜੀ ਹੁੰਦੀ ਨਾ, ਦਿਨ ਜੇ ਚੜ੍ਹਨ ਦੇ ਵੇਲੇ, ਫਿਰ ਗੁਰੂ ਜੀ ਨੇ ਆਪਣੇ ਸੋਹਣੇ ਨੇਤਰ ਖੋਲ੍ਹਣੇ ਹਨ। ਕਹਿੰਦੇ ਪਹਿਲੀ ਦ੍ਰਿਸ਼ਟੀ, ਪਹਿਲੀ ਨਜ਼ਰ ਜਿਹਦੇ ਉੱਤੇ ਗੁਰੂ ਅੰਗਦ ਦੇਵ ਸਾਹਿਬ ਦੀ ਪੈ ਜਾਂਦੀ, ਨੇਤਰਾਂ ਦੇ ਵਿੱਚ ਅੰਮ੍ਰਿਤ ਚੱਲਦਾ ਹੈ। ਜਿਹੜਾ ਵੀ ਕੋਈ ਮਹਾਰਾਜ ਜੀ ਦੇ ਸਾਹਮਣੇ ਆ ਜਾਂਦਾ ਪਹਿਲੀ ਵਾਰ, ਕਿਸੇ ਨੂੰ ਕੋਈ ਵੀ ਰੋਗ ਹੁੰਦਾ, ਸਾਧ ਸੰਗਤ ਉਹਦੇ ਰੋਗ ਕੱਟੇ ਜਾਂਦੇ, ਦੁੱਖ ਕੱਟੇ ਜਾਂਦੇ ਹਨ। ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਆਦਿ ਵਿਆਧੀ ਉਪਾਧੀ ਸਰੀਰਕ ਰੋਗ, ਕੋਈ ਹੋਰ ਮਾਨਸਿਕ ਰੋਗ, ਕੋਈ ਕਿਸੇ ਤਰ੍ਹਾਂ ਦਾ ਵੀ ਰੋਗ ਹੁੰਦਾ, ਉਹ ਅੰਮ੍ਰਿਤ ਵੇਲੇ ਗੁਰੂ ਅੰਗਦ ਦੇਵ ਸਾਹਿਬ ਦੇ ਸਾਹਮਣੇ ਆ ਕੇ ਬੈਠ ਜਾਂਦੇ ਵੀ ਇੱਥੋਂ ਹੁਣ ਆਪਣੇ ਜਿੱਥੇ ਬੈਠਦੇ ਹੈ ਅੰਦਰ ਬਾਹਰ ਨਿਕਲਣਗੇ। ਜਿਹੜੀ ਸੰਗਤ ਹੁੰਦੀ ਉਹ ਬਾਹਰ ਬੈਠੀ ਹੁੰਦੀ ਅੰਮ੍ਰਿਤ ਵੇਲੇ, ਅਤੇ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ। ਸੱਚੇ ਪਾਤਸ਼ਾਹ ਪਹਿਲੀ ਨਜ਼ਰ ਜਦੋਂ ਸੰਗਤ 'ਤੇ ਮਾਰਦੇ ਅਤੇ ਸਾਧ ਸੰਗਤ ਨਜ਼ਰੀ ਨਜ਼ਰ ਨਿਹਾਲ ਕਰ ਦਿੰਦੇ, ਰੋਗ ਕੱਟੇ ਜਾਂਦੇ, ਲੋਕਾਂ ਦੇ ਦੁੱਖ ਕੱਟੇ ਜਾਂਦੇ, ਪੀੜਾ ਹਰੀਆਂ ਜਾਂਦੀਆਂ ਹਨ। ਜਿਹੜਾ ਵੀ ਕੋਈ ਸਾਧ ਸੰਗਤ ਜੀ ਦੁਖੀ ਹੁੰਦਾ ਨਾ ਪੀੜਾ ਦੇ ਨਾਲ, ਦ੍ਰਿਸ਼ਟੀ ਪੈਂਦੇ ਸਾਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨਜ਼ਰ ਪੈਂਦੇ ਸਾਰ ਦੁੱਖ ਟੁੱਟ ਜਾਂਦੇ ਸਨ, ਕੱਟੇ ਜਾਂਦੇ ਸਨ ਦੁੱਖ। ਅੰਦਰ ਦੇ ਰੋਗਾਂ ਤੱਕ ਦਾ ਇਲਾਜ ਗੁਰੂ, ਮੇਰਾ ਵੈਦ ਗੁਰੂ ਗੋਬਿੰਦਾ, ਕਿਹੜਾ ਵੈਦ ਹੋ ਸਕਦਾ?
ਇਹ ਜਿਹੜੇ ਵੈਦਾਂ ਸੰਦਾਂ ਸੰਗਾ ਔਖਦ ਆਏ ਰਾਸ ਵਿੱਚ ਦਵਾਈਆਂ ਲੱਗ ਉਹਨੇ ਰਾਜੀ ਉਦਣ ਕਰਨਾ ਜਿੱਦਣ ਉਹਦੀ ਵਾਹਿਗੁਰੂ ਦੀ ਰਜ਼ਾ ਹੋਣੀ, ਉਹਨੇ ਨਜ਼ਰ ਕਰਨੀ। ਤੇ ਨਹੀਂ ਤੇ ਵਧੀਆ ਵਧੀਆ ਤੋਂ ਦਵਾਈਆਂ, ਵਧੀਆ ਵਧੀਆ ਦਵਾਈਆਂ ਵੀ ਉਹ ਕਹਿੰਦੇ ਦਵਾਈ ਉਹ ਐਕਸ਼ਨ ਕਰ ਗਈ, ਦਵਾਈ ਨਾਲੇ ਮਰ ਗਿਆ। ਉਹ ਦੇ ਇਲਾਜ ਹੁੰਦੇ, ਉਹ ਦਵਾਈ ਉਹਦੇ ਖਿਲਾਫ ਚੱਲ ਗਈ। ਲਈ ਵਧੀਆ ਤੋਂ ਵਧੀਆ ਪੈਸੇ ਲਾਏ ਤੈਂ, ਪਰ ਤੇਰਾ ਇਲਾਜ ਨਹੀਂ ਹੋਇਆ। ਕਾਰਨ ਕਿਉਂਕਿ ਉਹ ਪ੍ਰਮਾਤਮਾ ਦੀ ਟੇਕ ਨਹੀਂ ਸੀ। ਇਸ ਲਈ ਜਦੋਂ ਵੀ ਭਾਈ ਕੋਈ ਢਿੱਲਾ ਮੱਠਾ ਬਿਮਾਰ ਠਮਾਰ ਹੈ ਨਾ, ਉਹਦੇ ਲਈ ਬੇਨਤੀ ਹੈ ਬਾਣੀ ਦੀ ਪੰਗਤੀ ਪੜ੍ਹ ਲਿਆ ਕਰੋ। ਜਦੋਂ ਕੋਈ ਦਵਾ ਬੂਟੀ ਲੈਂਦੇ, ਗੋਲੀ ਲੈਂਦੇ ਕੋਈ ਦਵਾ ਲੈਂਦੇ, ਉਹਨੂੰ ਐ ਰੱਖ ਕੇ ਨਾ ਹੱਥ ਵਿੱਚ ਅਰਦਾਸ ਕਰ ਲਿਆ ਕਰੋ ਮਹਾਰਾਜ ਦੇ ਅੱਗੇ, ਮਹਾਰਾਜਾ ਤਾਂ ਬਹਾਨਾ ਹੈ, ਤੂੰ ਚਾਹੇ ਤੇ ਬਿਨਾਂ ਦਵਾਈ ਤੋਂ ਵੀ ਠੀਕ ਕਰ ਦੇਵੇਂ, ਤੇਰੀ ਨਜ਼ਰ ਵਿੱਚ ਦਵਾਈ ਹੈ। ਪਰ ਫਿਰ ਵੀ ਇੰਨੀ ਕੁ ਗੱਲ ਕਹਿ ਦਿਆ ਕਰੋ, ਔਖਦ ਆਏ ਰਾਸ ਵਿੱਚ ਆਪ ਖਲੋਆ। ਬਸ ਕਈ ਇੱਕ ਮੈਂ ਬੜੇ ਸਿਆਣੇ ਡਾਕਟਰ ਵੇਖੇ, ਉਹਨਾਂ ਦਵਾਈ ਦੇਣੀ, ਉਹਨਾਂ ਕਹਿਣਾ ਜੀ ਠੀਕ ਹੋ ਜਾਣਾ, ਉਹ ਕਹਿੰਦਾ ਦਵਾਈ ਦੇ ਸਕਦਾ, ਇੱਦਾਂ ਦੇ ਡਾਕਟਰ ਵੀ ਮੈਂ ਵੇਖੇ ਆ। ਤਾਂ ਇਹ ਭਰੋਸੇ ਦੀ ਗੱਲ ਹੈ। ਜਿਹੜੇ ਵੀ ਕੋਈ ਗੁਰੂ ਅੰਗਦ ਦੇਵ ਸਾਹਿਬ ਦੇ ਸਾਹਮਣੇ ਆਉਂਦੇ ਸਾਧ ਸੰਗਤ, ਉਹਨਾਂ ਦੇ ਦੁੱਖ ਕੱਟੇ ਜਾਂਦੇ ਹਨ। ਭਾਈ ਜਗਤ ਮੈਂ ਬਿਦਤ ਸੋਬਾਤੀ ਆਏ ਅਨੇਕ ਖਰੇ ਹੋਏ ਪ੍ਰਾਤੀ। ਸਾਰੇ ਜਗਤ ਦੇ ਵਿੱਚ ਗੱਲ ਪ੍ਰਗਟ ਹੋ ਗਈ, ਦੁਨੀਆ ਵਿੱਚ ਦੁੱਖ ਪਰੇ ਤੋਂ ਪਰੇ ਆ ਸਾਧ ਸੰਗਤ, ਬੜੀ ਦੁਖੀ ਹੈ ਦੁਨੀਆ। ਕਿਤੇ ਵੀ ਇੱਥੋਂ ਦੁੱਖ ਕੱਟੇ ਜਾਂਦੇ, ਭੱਜੇ ਤੁਰੇ। ਕੋਈ ਮਾੜਾ ਜਿਹਾ ਪਖੰਡੀ ਕਹਿ ਦੇਵੇ ਕਿ ਕੁੱਤੀ ਨਾਲ ਕੀ ਕਰਨੇ, ਦੁਖੀ ਆ, ਨਾ ਚਾਹੁੰਦੇ ਵੀ ਜਾਣਾ ਪੈਂਦਾ। ਪਰ ਜਿੱਥੇ ਸੱਚਮੁੱਚ ਦਰਦਾਂ ਨੂੰ ਦੂਰ ਕਰਨ ਵਾਲੇ ਪਾਤਸ਼ਾਹ ਗਰੀਬ ਨਵਾਜ਼ ਗੁਰੂ ਅੰਗਦ ਦੇਵ ਸਾਹਿਬ ਹੋਣ, ਤੁਸੀਂ ਅੰਦਾਜ਼ਾ ਲਾਓ ਕਿੰਨੇ ਕੁ ਲੋਕੀ ਇਕੱਠੇ ਹੋ ਜਾਂਦੇ ਹੋਣਗੇ। ਗੱਲ ਕਿਤੇ ਲੁਕੀ ਰਹਿੰਦੀ ਹੈ। ਲੋਕ ਦੁੱਖਾਂ ਦੇ ਮਾਰੇ ਤੇ ਸਾਧ ਸੰਗਤ ਦੂਰੋਂ ਦੂਰੋਂ ਚੱਲ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਤੇ ਠੀਕ ਹੋ ਜਾਂਦੇ ਹਨ। ਸੰਕਟ ਨਸ਼ਟ ਹੈ ਸਦਨ ਸਿਧਾਰੇ ਹੈ, ਜਹ ਕਹਿ ਸ੍ਰੀ ਗੁਰ ਸੁਜਸ ਵਿਥਾਰ ਹੈ। ਸਾਧ ਸੰਗਤ ਜੀ ਦਾ ਦੁੱਖ ਕੱਟਿਆ ਜਾਂਦਾ, ਘਰੇ ਚਲਾ ਜਾਂਦਾ। ਜਿੰਨੇ ਕੁ ਦਿਨ ਕੋਈ ਪੀੜਾ ਰਹਿੰਦੀ, ਉਹਨਾਂ ਦਿਨ ਗੁਰੂ ਘਰੇ ਰਹਿਣੀ, ਨਾਲੇ ਸੇਵਾ ਕਰਨੀ, ਪੜ੍ਹਨੀ, ਘਰ ਦੀਆਂ ਪਰੇਸ਼ਾਨੀਆਂ ਤੋਂ ਦੂਰ ਰਹਿਣਾ, ਟੈਨਸ਼ਨਾਂ ਤੋਂ ਦੂਰ ਰਹਿਣਾ, ਖਾਣਾ ਪੀਣਾ ਠੀਕ ਹੋ ਜਾਣਾ, ਲੰਗਰ ਦਾ ਖਾਣਾ। ਅੱਧੀਆਂ ਬਿਮਾਰੀਆਂ ਤਾਂ ਖਾਣੇ ਪੀਣੇ ਨਾਲ ਅਸੀਂ ਲਾਈਆਂ ਹੋਈਆਂ। ਫਾਲਤੂ ਖਾਣਾ, ਘੱਟ ਖਾਣ ਨਾਲ ਨਹੀਂ ਬੰਦਾ ਛੇਤੀ ਮਰਦਾ, ਜ਼ਿਆਦਾ ਖਾਣ ਨਾਲ ਮਰਦਾ। ਜਿੰਨੇ ਲੋਕ ਅੱਜ ਐਸਿਡਿਟੀ ਨਾਲ ਮਰਦੇ ਆ, ਉਨੇ ਭੁੱਖੇ ਨਹੀਂ ਮਰਦੇ। ਘੱਟ ਖਾਣਾ ਔਸ਼ਧੀ ਹੈ, ਦਵਾਈ ਹੈ, ਵੱਧ ਖਾਣਾ ਬਿਮਾਰੀ ਹੈ। ਗੁਰੂ ਘਰ ਦੇ ਵਿੱਚ ਹੱਥੀਂ ਸੇਵਾ ਕਰਨੀ, ਨਾਮ ਜਪਣਾ, ਫਿਰ ਗੁਰੂ ਕੀ ਸੰਗਤ ਦਾ ਪਾਰਸ ਕਲਾ, ਪਾਰਸ ਸ਼ੋ, ਮਹਾਰਾਜ ਦੀ ਦ੍ਰਿਸ਼ਟੀ ਪੈਣੀ, ਬਾਣੀ ਪੜ੍ਹਨਾ। ਲੋਕਾਂ ਨੇ ਥੋੜ੍ਹੇ ਜਿਹੇ ਦਿਨਾਂ ਵਿੱਚ ਅਰੋਗੀ ਹੋ ਜਾਣਾ, ਤੰਦਰੁਸਤ ਹੋ ਜਾਣਾ, ਨੌ ਹੋ ਜਾਣਾ, ਕੰਚਨ ਵਰਗੀ ਹੋ ਜਾਣੀ ਦੇਹੀ। ਅਤੇ ਜਦੋਂ ਆਪਣੇ ਘਰਾਂ ਨੂੰ ਜਾਣਾ ਤੇ ਜੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਕਰਨੀ। ਇੱਕ ਨੇ ਅੱਗੇ 50 ਨੂੰ ਜਾ ਕੇ ਦੱਸਣਾ ਕੇ ਆਉਣ ਲੱਗੀਆਂ। ਰਬਾਬੀ ਕੀਰਤਨ ਗਾਵਹਿ ਅੰਮ੍ਰਿਤ ਵੇਲੇ ਫਿਰ ਇਹ ਦਰਸ਼ਨ ਹੋਣੇ। ਉਸ ਤੋਂ ਬਾਅਦ ਕੀਰਤਨੀਆਂ ਨੇ ਕੋਲ ਬੈਠ ਜਾਣਾ, ਕੀਰਤਨ ਸੁਣਨਾ। ਸਾਰੇ ਗੁਰਸਿੱਖਾਂ ਨੇ ਕੀਰਤਨ ਸੁਣਨਾ। ਸਾਡੀ ਤੇ ਹੁਣ ਆਦਤ ਜੀ ਨਹੀਂ ਨਾ ਬਣੀ। ਹੁਣ ਤੇ ਮੈਂ ਹੈਰਾਨ ਰਹਿ ਗਿਆ ਵੀ ਮੋਬਾਈਲ ਜੇ ਖੋਲ੍ਹ ਕੇ ਬਹਿ ਜਾਣਗੇ ਲੋਕੀ, ਵੀ ਪਤਾ ਨਹੀਂ ਅਸੀਂ ਬਹੁਤ ਅਰਥ ਪੜ੍ਹਦੇ ਹਾਂ। ਪੜ੍ਹ ਲਿਆ ਕਰੋ ਅਰਥ ਆਪਣੇ ਘਰ ਜਾ ਕੇ। ਕੀਰਤਨ ਦਾ ਆਨੰਦ ਅੱਖਾਂ ਬੰਦ ਕਰਕੇ ਸੁਣਨ ਦਾ ਹੈ। ਜਿੱਦਣ ਤੁਹਾਨੂੰ ਰਸ ਆਉਣ ਲੱਗ ਗਿਆ ਨਾ, ਤੁਸੀਂ ਅੱਖਾਂ ਖੁੱਲ੍ਹਣੀਆਂ ਹੀ ਨਹੀਂ, ਤੁਹਾਡੀਆਂ ਚੌਂਕੜੇ ਲੱਗ ਜਾਣਗੇ। ਇੱਦਾਂ ਤੁਹਾਨੂੰ ਪਤਾ ਹੀ ਨਹੀਂ ਸੰਗਤ ਕਰਨ ਦਾ। ਤੁਹਾਨੂੰ ਕਿਹਨੇ ਤੁਹਾਨੂੰ ਮੱਤ ਦੇ ਦਿੱਤੀ ਵੀ ਜਿਹੜਾ ਤੁਸੀਂ ਕੀਰਤਨ ਵਿੱਚ, ਪਰ ਜਦੋਂ ਤੁਸੀਂ ਕੀਰਤਨ ਨੂੰ ਆਨੰਦ ਆਉਣ ਲੱਗ ਗਿਆ ਨਾ ਜੀ, ਤੇ ਫਿਰ ਤੁਹਾਨੂੰ ਕੋਈ ਦੁਨੀਆ ਦਾ ਰਸ ਉਹਦੇ ਬਰਾਬਰ ਨਹੀਂ। ਇੰਨਾ ਕੀਰਤਨ ਦਾ, ਕਥਾ ਦਾ ਆਨੰਦ ਹੈ। ਪਰ ਆਉਣ ਲੱਗ ਜਾਏ, ਇਹ
ਹੌਲੀ ਹੌਲੀ ਆਦਤ ਬਣਦੀ ਆ, ਹੌਲੀ ਹੌਲੀ ਕਦੇ ਇੱਕ ਸ਼ਬਦ ਦੋ ਸ਼ਬਦ ਹੌਲੀ ਹੌਲੀ ਪੂਰਾ ਸੁਣਨ ਲੱਗ ਜਾਂਦਾ ਬੰਦਾ। ਫਿਰ ਇਹ ਕਿੰਨਾ ਹੀ ਟਾਈਮ ਸੁਣੀ ਜਾਂਦਾ। ਮੈਂ ਇੱਦਾਂ ਦੇ ਬੰਦੇ ਵੇਖੇ ਆ, ਅੰਮ੍ਰਿਤ ਵੇਲੇ ਆ ਜਾਣੀ, ਪੂਰੀ ਆਸਾ ਦੀ ਵਾਰ ਸੁਣ ਕੇ ਸਮਾਪਤੀ ਕਰਾ ਕੇ ਜਾਣਾ। ਮੈਂ ਅਨੰਦਪੁਰ ਸਾਹਿਬ ਇੱਦਾਂ ਦੇ ਸਾਡੇ ਇੱਕ ਬਜ਼ੁਰਗ ਮਾਈ ਮੈਂ ਵੇਖੀ, ਉਹਨੇ ਪ੍ਰਸ਼ਾਦਾ ਹੀ ਛਕਣ ਜਾਣਾ ਗੁਰੂ ਘਰੋਂ ਆਪਣੇ ਘਰ, ਫਿਰ ਸ਼ਾਮ ਨੂੰ ਸਮਾਪਤੀ ਕਰਾ ਕੇ ਜਾਣੀ। ਔਰ ਉਹਨਾਂ ਦਾ ਚਿਹਰੇ ਦਾ ਨੂਰ ਕਿਤੇ ਝੱਲਿਆ ਜਾਣ ਵਾਲਾ, ਕਿਤੇ ਸਿਰ ਦੇ ਉੱਤੋਂ ਦੀ ਹੱਥ ਫੇਰ ਕੇ ਕਹਿ ਦੇਣ, ਬਜ਼ੁਰਗ ਪੁੱਤ ਕਿੱਦਾਂ ਤੂੰ, ਆਪਣੇ ਦੁੱਖ ਭੁੱਲ ਜਾਂਦੇ ਵੀ ਮੈਂ ਕੀ ਦੁੱਖ ਦੱਸਾਂ, ਦੁੱਖ ਲੱਗਦਾ ਹੀ ਨਹੀਂ। ਇਹ ਸਾਧ ਸੰਗਤ ਪਾਰਸ ਗੁਰਮੁਖਾਂ ਦੀ। ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਚੌਂਕੜਾ ਮਾਰ ਕੇ ਕੀਰਤਨ ਸੁਣਦੇ, ਸਿੱਖ ਵੀ ਗੁਰਬਾਣੀ ਦਾ ਕੀਰਤਨ ਕੋਲ ਬੈਠ ਕੇ ਸੁਣਦੇ ਹਨ। ਬੈਠੇ ਰਹੇ ਸਿੰਘਾਸਨ ਫੇਰ ਸਿੱਖ ਗੁਰੂ ਬੈਠਦੇ, ਕੀਰਤਨ ਦੀ ਸਮਾਪਤੀ ਹੁੰਦੀ, ਫਿਰ ਸੰਗਤਾਂ ਨੇ ਗੁਰੂ ਜੀ ਦੇ ਨਾਲ ਬਚਨ ਕਰਨੇ। ਦੋਹਰਾ ਸ੍ਰੀ ਗੁਰੂ ਨਾਨਕ ਕੀ ਸਦਾ ਚਰਚਾ ਕਰਤ ਉਦਾਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਚਾ ਫਿਰ ਹੋਣੀ। ਜਦੋਂ ਕੀਰਤਨ ਦੀ ਸੰਪੂਰਨਤਾ ਹੋ ਜਾਣੀ, ਫਿਰ ਵਿਚਾਰਾਂ ਚੱਲ ਪੈਣੀਆਂ, ਗੁਰੂ ਸਾਹਿਬ ਦੀਆਂ ਬਾਤਾਂ ਚੱਲ ਪੈਣੀਆਂ। ਪਿਆਰ ਵਾਲੇ ਉਹ ਗੁਰਸਿੱਖ ਆ ਜਾਂਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸਨ, ਜਾਂ ਉਹ ਆ ਜਾਣੇ ਜਿਨ੍ਹਾਂ ਨੇ ਕਦੇ ਆ ਕੇ ਕੋਈ ਵਿਚਾਰ ਕੀਤੀ, ਕਦੇ ਕੋਈ ਕਿਸੇ ਨੇ ਆਪਣੇ ਪਰਸਨਲ ਤਜਰਬਾ ਦੱਸਣਾ, ਜੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਉਂ ਮਿਲਿਆ, ਆਹ ਗੱਲਾਂ ਹੋਈਆਂ, ਆਹ ਵਿਚਾਰ ਹੋਈ, ਸਾਨੂੰ ਆਹ ਮਹਾਰਾਜ ਨੇ ਦੱਸਿਆ। ਇਉਂ ਸਾਰਾ ਹੀ ਦਿਨ ਗੁਰੂ ਕੀਆਂ ਬਾਤਾਂ ਹੁੰਦੀਆਂ ਰਹਿਣੀਆਂ। ਜਥਾ ਚਰਿੱਤਰ ਪਵਿੱਤਰ ਬਹੁ ਜਗ ਵਿਚਿੱਤਰ ਵਿਸਤਾਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਸ ਤਰ੍ਹਾਂ ਗੁਰੂ ਜੀ ਦੇ ਪਵਿੱਤਰ ਚਰਿੱਤਰਾਂ ਦੀ ਖੂਬਸੂਰਤੀ ਸੀ ਨਾ, ਉਸ ਤਰੀਕੇ ਦੇ ਨਾਲ ਮਹਾਰਾਜ ਦੇ ਖੂਬਸੂਰਤ ਚਰਿੱਤਰ ਕੌਤਕ ਸੰਗਤਾਂ ਦੇ ਵਿੱਚ ਬਿਆਨ ਹੁੰਦੇ। ਜੋ ਪਈ ਅਪਰ ਨ ਚਰਚਾ ਕੋਈ ਹੋਏ ਜਗ ਕਾਰਜ ਕੀ ਜੇਤਕ ਜੋਏ। ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਸਾਹਿਬ ਨੇ ਕਹਿ ਰੱਖਿਆ ਸੀ ਕਿ ਸਾਡੇ ਕੋਲ ਦੁਨਿਆਵੀ ਗੱਲ ਕੋਈ ਨਹੀਂ ਕਰਨੀ, ਕਿ ਕਿਸੇ ਦਾ ਕੱਟਾ ਮਰ ਗਿਆ, ਕਿਸੇ ਦਾ ਬੱਚਾ ਜੰਮ ਗਿਆ, ਕਿਸੇ ਦੇ ਆਹ ਵਿਆਹ ਹੋ ਗਿਆ, ਕਿਸੇ ਦੇ ਨੱਟ ਗਿਆ ਕਿ ਨਿਆਣਾ ਹੋ ਗਿਆ, ਨਾ ਇੱਦਾਂ ਦੀ ਇੱਥੇ ਕੋਈ ਦੁਨੀਆ ਦੀ ਜੱਗ ਦੇ ਸੰਸਾਰ ਦੇ ਕੰਮਾਂ ਦੀ ਕੋਈ ਚਰਚਾ ਨਹੀਂ ਕਰਨੀ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵਰਜਿਆ ਹੋਇਆ ਸੀ। ਸੂਪਕਾਰ ਕਰ ਤਿਆਰ ਆਹਾਰੂ ਸਭ ਰਸ ਪਾਕਹਿ ਸਵਾਦ ਉਦਾਰੂ। ਕਿਸੇ ਨੇ ਕੋਈ ਆਪਣੇ ਰੋਣੇ ਰੱਪੇ ਨਹੀਂ ਰੋਣੇ, ਬਸ ਕੇਵਲ ਕਥਾ ਕੀਰਤਨ ਸੁਖਦਾਈ, ਪਰਮਾਤਮਾ ਦੇ ਨਾਮ ਦੀ ਚਰਚਾ ਹੋਣੀ। ਤੇ ਦਿਨ ਚੜੇ ਲੰਗਰ ਤਿਆਰ ਹੋ ਜਾਣਾ, ਲਾਂਗਰੀ ਸੇਵਕਾਂ ਨੇ ਪ੍ਰਸ਼ਾਦਾ ਤਿਆਰ ਕਰ ਲੈਣਾ ਤੇ ਗੁਰੂ ਮਹਾਰਾਜ ਨੂੰ ਬੇਨਤੀ ਕਰਨੀ। ਸਭ ਸੁਧ ਦੇਹ ਸ੍ਰੀ ਗੁਰੂ। ਜਦੋਂ ਲੰਗਰ ਤਿਆਰ ਹੋ ਜਾਣਾ, ਸੇਵਾਦਾਰ ਲਾਂਗਰੀਆਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕਰ ਦੇਣੀ, ਪਾਤਸ਼ਾਹ ਜੀ, ਸਤਿਗੁਰੂ ਜੀ, ਲੰਗਰ ਤਿਆਰ ਹੋ ਗਿਆ ਹੈ। ਉਠ ਕਿਰਪਾਲ ਤਹਿ ਸੰਗ ਸਿਧਾਰੈ ਸਖਾ ਸਿੱਖ ਸੇਵਕ ਲੈ ਸਾਰੈ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਨਾਲ ਪਿਆਰਿਆਂ ਨੂੰ ਲੈ ਜਾਣਾ ਤੇ ਫਿਰ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਣਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਲੰਗਰ ਵੀ ਭਾਈ ਬਹੁਤ ਵੱਡੀ ਦਾਤ ਹੈ ਮਹਾਰਾਜ ਜੀ ਦੀ, ਪ੍ਰਸ਼ਾਦ ਹੈ ਇਹ। ਤੇ ਸਾਰੇ ਗੁਰਸਿੱਖਾਂ ਨੇ ਲੋੜ ਅਨੁਸਾਰ ਜ਼ਰੂਰ ਲੰਗਰ ਛਕਣਾ। ਚਤੁਰ ਬਰਨ ਤਹਿ ਸੰਸਰ ਬੈਸੈ ਜੈਸੇ ਰੰਗ ਰਾਵ ਭੀ ਤੈਸੇ। ਦੇਖੋ ਗੁਰੂ ਘਰ ਦੀ ਮਹਿਮਾ, ਚਾਰੇ ਵਰਨ, ਕੋਈ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕੋਈ ਵੀ ਹੋਵੇ, ਕੋਈ ਸਾਧ ਸੰਗਤ ਜੀ ਸੰਨਿਆਸੀ ਹੋਵੇ, ਕੋਈ ਬ੍ਰਹਮਚਾਰੀ ਹੋਵੇ, ਕੋਈ ਗ੍ਰਸਤੀ ਹੋਵੇ, ਕੋਈ ਬਨਪ੍ਰਸਤ ਹੋਵੇ, ਕੋਈ ਵੀ ਹੋਵੇ, ਸਾਰੇ ਇੱਕੋ ਹੀ ਜਗ੍ਹਾ ਲਾਈਨਾਂ 'ਚ ਬੈਠ ਕੇ ਲੰਗਰ ਬਰਾਬਰ ਪੰਗਤ ਵਿੱਚ ਸੰਗਤ ਵਿੱਚ ਕਿਸੇ ਨੂੰ ਛੋਟਾ ਵੱਡਾ ਨਹੀਂ ਜਾਣਿਆ ਜਾਂਦਾ। ਗੁਰੂ ਕੀ ਸੰਗਤ ਵਿੱਚ ਬੈਠ ਕੇ ਵੀ ਇਕੱਠਿਆਂ ਨੇ ਛਕਣਾ, ਸੁਣਨਾ ਬਾਣੀ ਦਾ ਭੋਜਨ ਛਕਣਾ, ਜਾਣੀ ਕੀਰਤਨ ਰੂਹ ਦੀ ਖੁਰਾਕ, ਤੇ ਭੋਜਨ ਵੀ ਇਕੱਠਿਆਂ ਵਿੱਚ ਬਹਿ ਕੇ ਪੰਗਤਾਂ ਲਾ ਕੇ ਛਕਣਾ। ਮਾਟੀ ਕੇ ਬਾਸਨ ਹੋਏ ਸਾਰੇ ਆਹਾਰੇ। ਉਹਨਾਂ ਟਾਈਮਾਂ ਦੇ ਵਿੱਚ ਭਾਂਡੇ ਜ਼ਿਆਦਾਤਰ ਕੱਚੇ ਮਿੱਟੀ ਦੇ ਬਣਾਏ ਹੋਏ, ਜਿਵੇਂ ਉਹਦੇ ਵਿੱਚ ਭਾਂਡਿਆਂ ਵਿੱਚ ਬੈਠ ਕੇ ਸਭ ਨੇ ਛਕ ਲੈਣਾ। ਜੋ ਬਾਅਦ ਦੇ ਵਿੱਚ ਫਿਰ ਲੋਹੇ ਸਰਬ ਲੋਹ ਦੇ ਰੂਪ ਦੇ ਭਾਂਡੇ ਆ ਗਏ, ਉਹ ਵੀ ਫਿਰ ਛਕੇ ਜਾਣ ਲੱਗੇ। ਗੁਰੂ ਘਰ ਵਿੱਚ ਮਿੱਟੀ ਦੇ ਭਾਂਡੇ ਵੀ ਵਰਤਦੇ ਰਹੇ ਆ। ਮਿੱਟੀ ਦੇ ਭਾਂਡਿਆਂ ਦੀ ਆਪਣੀ ਵਿਸ਼ੇਸ਼ਤਾ, ਸਰਬ ਲੋਹ ਦੇ ਭਾਂਡਿਆਂ ਦੀ ਆਪਣੀ ਵਿਸ਼ੇਸ਼ਤਾ। ਆ ਜਿਹੜਾ ਅਸੀਂ ਅੱਜ ਕੱਲ੍ਹ ਅਲਮੋਨੀਅਮ ਜਾਂ ਵਰਤਦੇ ਹਾਂ, ਇਹ ਤਾਂ ਕੱਚਾ ਜ਼ਹਿਰ ਹੈ। ਇਹ ਤਾਂ
ਸਾਧ ਸੰਗਤ ਜੀ, ਜਿਨ੍ਹਾਂ ਨੂੰ ਜੇਲ੍ਹ ਦਿੱਤੀ ਕੀਤੀ ਜਾਂਦੀ ਅੰਗਰੇਜ਼ਾਂ ਦੇ ਸਮੇਂ ਦੇ ਉੱਤੇ ਨਾ, ਉਹਨਾਂ ਨੂੰ ਇਹ ਦਿੱਤੇ ਜਾਂਦੇ ਸਨ ਇਹਨਾਂ 'ਚ ਭਾਂਡਿਆਂ 'ਚ, ਕਿਉਂਕਿ ਜ਼ਹਿਰ ਹੈ, ਹੱਡ ਦੁਖਣ ਲਾ ਦਿੰਦੇ ਆ ਇਹ। ਕਦੇ ਇਹਦੇ ਬਾਰੇ ਦੇਖਿਓ। ਸਟੀਲ ਦਾ ਹਜੇ ਇਹ ਹੈ, ਨਾ ਉਹਦਾ ਕੋਈ ਨੁਕਸਾਨ ਨਾ ਉਹਦਾ ਕੋਈ ਫਾਇਦਾ, ਉਹ ਘੁਲਦਾ ਨਹੀਂ। ਸਰਬਲੋ ਤੇ ਇਹੋ ਜਿਹਾ ਹੈ ਕਿ ਸਰੀਰ ਦੇ ਅੰਦਰ ਬਹੁਤ ਕੁਝ ਐਸਾ ਪ੍ਰਾਪਤ ਹੋ ਜਾਂਦਾ ਸਰਬਲੋ ਦੇ ਨਾਲ, ਜੋ ਸਾਨੂੰ ਕਹਿ ਲਓ ਬਹੁਤ ਜ਼ਰੂਰੀ ਹੈ। ਮਿੱਟੀ ਦੇ ਭਾਂਡਿਆਂ ਦੀ ਇੱਕ ਆਪਣੀ ਖਾਸੀਅਤ ਹੈ। ਤਾਂ ਗੁਰੂ ਘਰ ਦੇ ਅੰਦਰ ਸਰਬਲੋ ਦੇ ਬਰਤਨ ਜਾਂ ਮਿੱਟੀ ਦੇ ਬਰਤਨ ਹੀ ਵਰਤਦੇ ਸਨ। ਜੋ ਚੌਂਕੇ ਮਹਿ ਅਚਹਿ ਰਸੋਈ, ਗੁਰੂ ਸਮੀਪ ਜਾਏ ਨਹਿ ਸੋਈ। ਹਾਂ ਸਾਧ ਸੰਗਤ ਜੀ, ਜਿਹੜਾ ਵੀ ਕੋਈ ਵੱਖਰਾ ਕੋਈ ਆਖਦਾ ਮੈਂ ਬ੍ਰਾਹਮਣ ਹਾਂ ਜੀ, ਮੈਂ ਸ਼ੁੱਧ ਕਰਕੇ ਰੋਟੀ ਬਣਾਉਣੀ ਹੈ, ਉਹਨੂੰ ਗੁਰੂ ਜੀ ਕੋਲ ਜਾਣ ਦਾ ਹੁਕਮ ਨਹੀਂ ਸੀ। ਉਹਨੂੰ ਕਹਿੰਦੇ ਜਾ ਫਿਰ ਆਪਣੀ ਸ਼ੋਧ ਲੈ, ਸ਼ੁਧਾਈ ਜਿਹੜੀ ਕਰਨੀ ਸ਼ੁੱਧੀ ਚੱਲ। ਲੰਗਰ ਦੇ ਵਿੱਚ ਸੰਗਤ ਪੰਗਤ ਦਾ ਆਨੰਦ ਮਾਣੇਗਾ ਤੇ ਗੁਰੂ ਦੀ ਹਜ਼ੂਰੀ ਨਸੀਬ ਹੋਏਗੀ। ਜੇ ਗੁਰੂ ਦੀਆਂ ਸੰਗਤਾਂ ਦੇ ਨਾਲ ਛੂਤ ਛਾਤ ਭਿੱਟ ਤੇ ਆਦਿਕ ਦਾ ਵਹਿਮ ਭਰਮ ਕਰੇਗਾ, ਫਿਰ ਤੈਂ ਗੁਰੂ ਤੋਂ ਲੈ ਕੀ ਲੈਣਾ, ਤੂੰ ਲੈਣ ਕੀ ਆਇਆ ਇੱਥੇ। ਪੰਕਤ ਬੀਚ ਬੈਠ ਗੁਰ ਖਾਹੇ, ਏਕ ਸਮਾਨ ਅਸਨ ਅਚਵਾਹੇ। ਪੰਗਤ ਵਿੱਚ ਬੈਠ ਕੇ ਗੁਰੂ ਜੀ ਆਪ ਵੀ ਉੱਥੇ ਹੀ ਭੋਜਨ ਛਕਦੇ, ਇੱਕੋ ਸਮਾਨ ਸਾਰਿਆਂ ਨੇ ਬੈਠ ਕੇ ਭੋਜਨ ਛਕਣਾ। ਪਾਇਸ ਹੋਵਹਿ ਬੀਜ ਰਸੋਈ, ਸੀਤ ਪ੍ਰਸ਼ਾਦ ਖਾਹੇ ਸਭ ਕੋਈ। ਪ੍ਰਸ਼ਾਦ ਵੰਡਣਾ ਸਾਧ ਸੰਗਤ, ਸੀਤ ਪ੍ਰਸ਼ਾਦ, ਕੜਾਹ ਪ੍ਰਸ਼ਾਦ ਵੰਡਣਾ, ਪਾਇਸ ਕਹਿ ਦਿੰਦੇ ਖੀਰ ਨੂੰ, ਖੀਰ ਵੰਡਣੀ ਬੜੀ ਵਧੀਆ, ਬੜਾ ਵਧੀਆ ਲੰਗਰ ਬਣਦਾ ਸੀ ਤੇ ਵਧੀਆ ਤਰੀਕੇ ਨਾਲ ਛਕਦੇ ਹਨ। ਪੁਨ ਜਲ ਪਾਨ ਚੁਰੀ ਕਰ ਲੇਹੇ, ਉਠਹਿ ਗੁਰੂ ਪੁਨ ਏਵ ਕਰੇਹੇ। ਫਿਰ ਜਲ ਦੀ ਚੂਲੀ ਕਰਨੀ, ਗੁਰੂ ਮਹਾਰਾਜ ਜੀ ਦੇ ਹੱਥ ਉੱਥੇ ਚੂਲੀ ਕਰਾਣੀ ਤੇ ਮਹਾਰਾਜ ਭੋਜਨ ਛਕ ਕੇ ਫਿਰ ਉੱਠ ਜਾਂਦੇ। ਗ੍ਰਾਮ ਬਾਲ ਕੇ ਲਹਿ ਬੁਲਾਏ, ਹਰਖ ਸ਼ੋਕ ਜਿਨ ਹੋਏ ਨਾ ਕਾਏ। ਬੱਚਿਆਂ ਨੂੰ ਬੁਲਾ ਲੈਣਾ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ, ਜਿੰਨੀ ਵੀ ਸੰਗਤ ਵਿੱਚ ਬੱਚਿਆਂ ਨੇ ਆਉਣਾ, ਨਗਰ ਦੇ ਬਾਲਕਾਂ ਨੇ ਆਉਣਾ, ਗੁਰੂ ਮਹਾਰਾਜ ਜੀ ਬਾਲਕਾਂ ਨੂੰ ਕੋਲ ਬੁਲਾਉਂਦੇ, ਉਹਨਾਂ ਨੂੰ ਬਾਣੀ ਸਿਖਾਉਂਦੇ ਸਨ ਆਪ। ਇਹ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ, ਇਹ ਇਤਿਹਾਸ ਦਾ ਬਹੁਤ ਵੱਡਾ ਪੱਖ ਹੈ। ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਬਾਲਕਾਂ ਨੂੰ, ਜਿਨ੍ਹਾਂ ਵਿੱਚ ਕੋਈ ਹਰਖ ਨਹੀਂ, ਕੋਈ ਸ਼ੋਕ ਨਹੀਂ, ਕੋਈ ਪਰੇਸ਼ਾਨੀ ਨਹੀਂ, ਉਹਨਾਂ ਨੂੰ ਬੁਲਾਉਂਦੇ। ਅੱਜ ਵੀ ਜੇ ਅਸੀਂ ਕਹਿੰਦੇ ਨਾ ਜੀ ਸਾਂਭ ਲਈਏ ਆਪਣੀ ਆਉਣ ਵਾਲੀ ਭਵਿੱਖ ਸਾਹਮਣੇ ਤੇ ਆਪਣੀ ਜਨਰੇਸ਼ਨ ਨੂੰ ਸਾਂਭ ਲਈਏ, ਜਾਂ ਕਹਿ ਲਓ ਆਪਣੇ ਬੱਚਿਆਂ ਨੂੰ ਸਾਂਭ ਲਈਏ, ਸਾਡੀਆਂ ਜੜ੍ਹਾਂ ਨੇ ਇਹ। ਜਿਨ੍ਹਾਂ ਨੇ ਆਪਣੀ ਭਵਿੱਖ ਨੂੰ ਸਵਾਰਨਾ, ਉਹ ਆਪਣੇ ਬੱਚਿਆਂ ਨੂੰ ਸਵਾਰ ਲਓ, ਇਹੀ ਸਾਡਾ ਭਵਿੱਖ ਹੈ, ਇਹਨਾਂ ਨੂੰ ਸਾਂਭ ਲਓ। ਤੇ ਜੇ ਵਿਗੜ ਗਏ ਤੇ ਤੁਹਾਡਾ ਜੋ ਮਰਜ਼ੀ ਕਰ ਲਓ, ਬਸ ਵਿਗੜੇ ਹੀ ਵਿਗੜਿਆ। ਬਜ਼ੁਰਗਾਂ ਨੂੰ, ਉਹਨਾਂ ਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ, ਸਮਝੇ ਹੋਇਆ, ਉਹਨਾਂ ਕੋਲ ਬਹੁਤ ਤਜਰਬਾ ਹੈ, ਕੋਲ ਬਹੁਤ ਸਮਝ ਹੈ, ਸੋਝੀ ਹੈ, ਉਹਨਾਂ ਤੋਂ ਤਾਂ ਕੁਝ ਸਿੱਖਣ ਦੀ ਲੋੜ ਹੈ। ਹਾਂ, ਕਿਤੇ ਨਾ ਕਿਤੇ ਕਿਸੇ ਬਜ਼ੁਰਗ ਵਿੱਚ ਵੀ ਸਾਧ ਸੰਗਤ ਜੀ ਸਿੱਖਣ ਦੀ ਬੜੀ ਵੱਡੀ ਤਲਬ ਹੁੰਦੀ ਹੈ, ਉਹ ਆਪੇ ਹੀ ਫਿਰ ਕਿਤੇ ਨਾ ਕਿਤੇ ਸੰਗਤ ਵਿੱਚ ਆ ਜਾਂਦੇ ਹਨ। ਨਹੀਂ, ਬਹੁਤਾ ਸਮਾਂ ਬਜ਼ੁਰਗਾਂ ਨੂੰ, ਬਜ਼ੁਰਗਾਂ ਦੀ ਸੇਵਾ ਸੰਭਾਲ 'ਤੇ ਲਾਓ, ਉਹਨਾਂ ਨੂੰ ਸਿਖਾਉਣ 'ਤੇ ਨਾ ਲਾਓ। ਸਿੱਖ ਤੇ ਭਾਵੇਂ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ, ਪਰ ਜੋ ਬੱਚਿਆਂ ਨੂੰ ਸਿਖਾਇਆ ਜਾ ਸਕਦਾ, ਜੋ ਢਾਲਿਆ ਜਾ ਸਕਦਾ, ਉਹ ਵੱਡੀ ਉਮਰ ਵਾਲਿਆਂ 'ਤੇ ਘੱਟ ਹੀ ਅਸਰ ਕਰਦਾ ਹੈ। ਅਤੇ ਜਿਨ੍ਹਾਂ ਆਪਣੇ ਆਪ ਨੂੰ ਬਦਲਣਾ ਹੁੰਦਾ ਹੈ, ਉਹ ਬਜ਼ੁਰਗ ਵੀ ਸੰਗਤ ਵਿੱਚ ਆ ਕੇ ਫਿਰ ਬਦਲ ਲੈਂਦੇ, ਉਹਨਾਂ 'ਤੇ ਜ਼ੋਰ ਨਹੀਂ ਲਾਉਣਾ ਪੈਂਦਾ ਬਜ਼ੁਰਗਾਂ 'ਤੇ। ਦੋਵੇਂ ਪੱਖ ਨੇ, ਜਿੰਨੇ ਢੀਠ ਬਜ਼ੁਰਗ ਵੇਖੇ ਮੈਂ ਉਹਨੇ ਬੱਚੇ ਵੀ ਨਹੀਂ ਵੇਖੇ, ਅਤੇ ਜਿੰਨੇ ਸਿਆਣੇ ਬਜ਼ੁਰਗ ਵੇਖੇ ਬੱਚਿਆਂ 'ਚ ਤੇ ਉਹ ਸਿਆਣਪ ਆ ਹੀ ਨਹੀਂ ਨਾ ਸਕਦੀ। ਦੋਵੇਂ ਪੱਖ ਨੇ। ਕਈ ਇੰਨੇ ਪੱਕ ਜਾਂਦੇ, ਇੰਨੇ ਢੀਠ ਹੋ ਜਾਂਦੇ ਕੁਸੰਗਤ ਕਰਕੇ, ਉਹਨਾਂ 'ਤੇ ਛਿੱਟੇ ਨਹੀਂ ਪੈਂਦੀ, ਜਿੰਨਾ ਮਰਜ਼ੀ ਉਹਨਾਂ ਨੂੰ ਗਿਆਨ ਦੇਈ ਜਾਓ, ਸਾਰੀਆਂ ਸਾਖੀਆਂ ਸੁਣੀਆਂ ਹੁੰਦੀਆਂ, ਪਰ ਕੰਮ ਫਿਰ ਉਹ ਪੁੱਠੇ ਹੀ ਕਰਦੇ ਆ। ਪਰ ਕਈ ਇੰਨੇ ਗੁਰਮੁਖ ਹੁੰਦੇ ਬਜ਼ੁਰਗ, ਜ਼ਿਆਦਾਤਰ ਗੁਰਮੁਖ ਹੀ ਹੁੰਦੇ, ਅਤੇ ਉਹਨਾਂ ਪਿਆਰ ਜੇ ਨਾਲ ਗੱਲ ਕਹਿ ਜਾਣੀ, ਨਾਲੇ ਪਤਾ ਵੀ ਨਾ ਲੱਗਣ ਦੇਣਾ, ਗੁੱਸਾ ਵੀ ਨਾ ਆਉਣ ਦੇਣਾ, ਇੰਨਾ ਉਹਨਾਂ ਦਾ ਤਜਰਬਾ ਹੁੰਦਾ। ਸੋ ਬਜ਼ੁਰਗ ਬਹੁਤ ਸਿਆਣੇ ਸਮਝਦਾਰ ਹੁੰਦੇ, ਉਹਨਾਂ ਦੇ ਕੋਲੋਂ ਸਾਨੂੰ ਲਾਹਾ ਲੈਣਾ ਚਾਹੀਦਾ ਸਿੱਖਣ ਦਾ, ਅਤੇ ਬਜ਼ੁਰਗਾਂ ਨੂੰ ਵੀ ਆਪਣੀ ਜ਼ਿੰਦਗੀ ਦਾ ਅਨੁਭਵ ਸਾਂਝਾ ਕਰਨਾ ਚਾਹੀਦਾ ਹੈ। ਥੋੜ੍ਹਾ ਜਿਹਾ ਹੋਰ ਪਾਸਿਓਂ ਧਿਆਨ ਦੇ ਕੇ ਗੁਰੂ ਘਰ ਦੀ ਸੇਵਾ ਚਲਾਉਣਾ ਚਾਹੀਦਾ। ਮੈਂ ਤਾਂ ਇੱਥੇ ਵੀ ਸਾਡੇ ਨਾਢਾ ਸਾਹਿਬ ਇੱਥੇ ਚੰਡੀਗੜ੍ਹ ਤੋਂ ਜਾਂ ਪੰਚਕੂਲੇ ਤੋਂ ਜਿਹੜੇ ਕੋਈ ਬਜ਼ੁਰਗ ਹਨ, ਘਰੇ ਬਹਿ ਕੇ ਕੋਈ ਸੇਵਾ ਕਰਦੇ, ਉਹਨਾਂ ਨੂੰ ਬੇਨਤੀ ਕਰਦਾ, ਗੁਰੂ ਘਰ ਆਇਆ ਕਰੋ। ਸਾਨੂੰ ਇੱਥੇ ਲੋੜ ਹੈ ਤੁਹਾਡੀ ਬਜ਼ੁਰਗੋ, ਤੁਹਾਡੀਆਂ ਸਲਾਹਾਂ ਦੀ ਲੋੜ ਹੈ, ਤੁਹਾਡੀਆਂ ਸੇਵਾਵਾਂ ਦੀ ਲੋੜ ਹੈ।
ਤੁਸੀਂ ਸਾਡੀ ਅਗਵਾਈ ਕਰੋ ਇੱਥੇ ਆ ਕੇ, ਸਾਨੂੰ ਜ਼ਰੂਰਤ ਹੈ ਤੁਹਾਡੀ ਸੇਵਾ ਨਹੀਂ ਜ਼ਰੂਰਤ ਹੈ। ਆਓ, ਸਾਨੂੰ ਅਸੀਂ ਚਾਹੁੰਦੇ ਹਾਂ ਕੋਈ ਬਜ਼ੁਰਗ ਇੱਦਾਂ ਦਾ ਆਵੇ, ਪੜ੍ਹਿਆ ਲਿਖਿਆ ਵੀ ਹੋਵੇ, ਕਥਾ ਵੀ ਕਰਵਾਵੇ, ਪੋਥੀ ਵੀ ਪੜ੍ਹੇ, ਕੋਈ ਬਜ਼ੁਰਗ ਐਸੇ ਵੀ ਹੋਣ, ਸੇਵਾ ਵਿੱਚ ਵੀ ਹੋਣ। ਇੱਥੇ ਆਪਾਂ ਕੋਈ ਗੁਰੂ ਘਰ ਦੇ ਅੰਦਰ ਇੱਥੇ ਚਟਸਾਲ ਦਾ ਆਰੰਭ ਕਰ ਦਈਏ, ਬਾਣੀ ਦੀ ਸੰਥਿਆ ਦਾ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ, ਪਰ ਇਹ ਕੋਈ ਇਕੱਲਾ ਨਹੀਂ ਕਰ ਸਕਦਾ। ਕੋਈ ਆਖੇ ਮੈਂ ਇਕੱਲਾ ਕਰ ਦੇਵਾਂ ਜਾਂ ਕੋਈ ਗਿਆਨੀ ਜੀ ਕਰ ਦੇਣ, ਇਹ ਤਾਂ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਹੋਏਗਾ। ਇਹ ਕੰਮ ਬਜ਼ੁਰਗ ਕਰ ਸਕਦੇ ਆ। ਤੁਸੀਂ ਸਾਰੇ ਨੌਕਰੀ ਪੇਸ਼ੇ ਵਾਲੇ ਹੋ, ਤੁਸੀਂ ਕਈ ਵਾਰ ਮੈਂ ਕਹਿੰਦੇ ਸੁਣਿਆ ਜੀ ਫਲਾਣੇ ਡੇਰੇ ਵਿੱਚ ਗਏ, ਉੱਥੇ ਜੀ ਬੜੇ ਪ੍ਰਬੰਧ ਵਧੀਆ ਨੇ। ਉਹ ਕਰਦੇ ਕੌਣ ਨੇ? ਜਿਹੜੇ ਰਿਟਾਇਰ ਆਫੀਸਰ ਨੇ, ਬੰਦੇ ਨੇ, ਉਹ ਕੋਈ ਤਨਖਾਹਾਂ ਵਾਲੇ ਥੋੜ੍ਹਾ। ਤਨਖਾਹਾਂ ਨਾਲ ਕਿੱਥੇ ਕੰਮ ਚੱਲ ਜਾਣਗੇ? ਤਨਖਾਹਾਂ ਨਾਲ ਕਿੰਨੇ ਕੁ ਕੰਮ ਕਰ ਲਵਾਂਗੇ? ਨਹੀਂ ਹੋ ਸਕਦੇ। ਉੱਥੇ ਫਿਰ ਜਿੱਥੇ ਜਿੱਥੇ ਲੋੜ ਆ ਉਨੇ ਕੁ ਬੰਦੇ ਰੱਖੇ ਜਾਂਦੇ ਆ। ਇਹ ਤਾਂ ਸੇਵਾ ਨਾਲ ਕੰਮ ਹੋਣਗੇ। ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਕਰਨ ਦਿਓ ਆਪਣਾ ਕੰਮ। ਆਪਾਂ ਆਪਣਾ ਗੁਰੂ ਘਰ ਤੇ ਆਪਣੇ ਹੈ, ਕਿਸੇ ਸੰਸਥਾ ਦੇ ਨਹੀਂ ਗੁਰੂ ਘਰ ਹੈ। ਇਹ ਤਾਂ ਸੇਵਾ ਸੰਭਾਲ ਲਈ ਨੇ, ਪ੍ਰਬੰਧਕ ਕਮੇਟੀਆਂ ਨੇ ਇਹਨਾਂ ਦੇ। ਇਹ ਮਾਲਕ ਨਹੀਂ ਹੈ ਗੁਰੂ ਘਰਾਂ ਦੇ। ਮਾਲਕ ਗੁਰੂ ਖਾਲਸਾ ਪੰਥ ਹੈ, ਗੁਰੂ ਕੀ ਸੰਗਤ ਹੈ, ਗੁਰੂ ਮਾਲਕ ਹੈ। ਗੱਲ ਯਾਦ ਰੱਖਿਓ, ਜਿਹਨ ਚੋਂ ਕੱਢ ਦਿਓ ਵੀ ਕੋਈ ਮਾਲਕ ਹੈ ਗੁਰੂ ਘਰ ਦਾ। ਤੁਸੀਂ ਸੰਗਤ ਮਾਲਕ ਹੋ। ਆ ਕੇ ਆਪ ਆਪਣੇ ਪ੍ਰਬੰਧਾਂ ਨੂੰ ਆਪਾਂ ਸਾਂਭੀਏ ਤਾਂ ਅਸੀਂ ਯੋਗ ਅਗਵਾਈ ਕਰ ਸਕਦੇ ਆਉਣ ਵਾਲੇ ਸਮੇਂ ਦੀ। ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬੱਚਿਆਂ ਨੂੰ ਨਾਲ ਲੈਣਾ, ਬੱਚਿਆਂ ਨੂੰ ਸਾਧ ਸੰਗਤ ਜੀ ਆਪ ਕੋਲ ਬਿਠਾਉਣਾ, ਬਾਣੀ ਪੜ੍ਹਾਉਣੀ, ਉਹਨਾਂ ਨੂੰ ਗੁਰਮੁਖੀ ਵਿੱਦਿਆ ਜ਼ਰੂਰ ਦਿੰਦੇ ਸਨ। 300 ਮਿਲ ਕਰ ਖੇਲੈ ਖੇਲ। ਉਹਨਾਂ ਬੱਚਿਆਂ ਨੂੰ ਦੇਖਦੇ ਕਈ ਬੱਚੇ ਖੇਲਦੇ, ਮਹਾਰਾਜ ਡਾਂਟਦੇ ਨਹੀਂ ਸੀ, ਝਿੜਕਦੇ ਨਹੀਂ ਸੀ। ਬੱਚੇ ਦੀ ਆਦਤ ਹੁੰਦੀ ਖੇਡਣਾ, ਸ਼ਰਾਰਤ ਕਰਨੀ, ਇੱਧਰ ਉੱਧਰ ਭੱਜਣਾ। ਡਾਂਟੋ ਨਾ, ਝਿੜਕੋ ਨਾ, ਨਾ ਬਿਲਕੁਲ ਨਹੀਂ। ਲਿਆਓ ਉਹਨੂੰ ਬਸ ਗੁਰਦੁਆਰੇ, ਆਉਂਦਾ ਬਸ ਇੰਨੀ ਬੜੀ ਆ। ਭੱਜਦਾ ਭੱਜ ਜਾਣ ਤੋਂ ਫਿਰ ਕੀ ਆ? ਇੱਧਰੋਂ ਉੱਧਰ ਜਾਂਦਾ, ਸਾਡਾ ਕੀ ਲੈਂਦਾ? ਤੁਸੀਂ ਬਸ ਉਹਦੇ ਵੱਲ ਧਿਆਨ ਰੱਖੋ, ਥੋੜ੍ਹਾ ਜਿਹਾ ਸੱਟ ਨਾ ਖਾ ਲਵੇ। ਆਪ ਸੁਰਤ ਗੁਰੂ ਕੇ ਸ਼ਬਦ ਵੱਲ ਰੱਖੋ, ਉਹਦੇ ਕੰਨਾਂ 'ਚ ਪਈ ਜਾਏਗੀ ਬਾਣੀ, ਸੰਸਕਾਰ ਬਣੀ ਜਾਣਗੇ। ਜਦੋਂ ਵੱਡਾ ਹੋਊਗਾ ਆਪੇ ਸਿੱਖ ਜੂਗਾ ਸਭ ਕੁਝ, ਉਹ ਤੁਹਾਡੇ ਨਾਲੋਂ ਪਿਆਰਾ ਸਿੱਖ ਬਣੇਗਾ। ਪਰ ਅਸੀਂ ਬੱਚਿਆਂ ਨੂੰ ਲਿਆਂਦੇ ਨਹੀਂ, ਅਸੀਂ ਇਸ ਪਾਸੇ ਜਾਂਦੇ ਨਹੀਂ ਕਿ ਸ਼ਰਾਰਤ ਕਰਦੇ ਹੋ ਭਾਈ। ਜਿੱਥੇ ਸ਼ਰਾਰਤ ਕਰਨਗੇ ਉੱਥੇ ਸਿੱਖਣਗੇ ਵੀ ਬਹੁਤ ਕੁਝ। ਲਿਆਇਆ ਕਰੋ ਇਹਨਾਂ ਨੂੰ ਜ਼ਰੂਰ। ਗੁਰੂ ਅੰਗਦ ਦੇਵ ਜੀ ਦੇ ਨਾਲ ਬੱਚੇ ਖੇਡਦੇ, ਗੁਰੂ ਅੰਗਦ ਦੇਵ ਜੀ ਉਹਨਾਂ ਨਾਲ ਖੇਡਾਂ ਕਰ ਲੈਂਦੇ ਹਨ। ਉਹੇ ਪ੍ਰਸੰਨ ਸਿਸ ਮੇਲ। ਆਪ ਬੱਚਿਆਂ ਨੂੰ ਬੜੇ ਪ੍ਰਸੰਨ ਹੋ ਕੇ ਮਿਲਦੇ ਹਨ। ਪਹਿਰ ਤੀਸਰੋ ਏਵ ਬਿਤਾਵਹਿ। ਇਉਂ ਦੁਪਹਿਰ ਮਹਾਰਾਜ ਤੀਜਾ ਪਹਿਰ ਕੇ ਉਹਨਾਂ ਨੂੰ ਬਾਲਾਂ ਨੂੰ ਬਾਲ ਬੋਧ ਪੜ੍ਹਾ ਕੇ ਗੁਰਮੁਖੀ ਦੇ ਅੱਖਰ ਉਹਨਾਂ ਨੂੰ ਦੱਸਦੇ ਹਨ। ਪਹਿਲਵਾਨ ਤਬ ਗੁਰੂ ਬੁਲਾਵਹਿ। ਜਦੋਂ ਸਾਧ ਸੰਗਤ ਜੀ ਅਗਲਾ ਤੀਜਾ ਪੈਰ ਲੰਘਦਾ ਨਾ ਥੋੜ੍ਹਾ ਜਿਹਾ, ਫਿਰ ਕੁਸ਼ਤੀਆਂ ਗੁਰੂ ਅੰਗਦ ਦੇਵ ਜੀ ਕਰਾਉਂਦੇ। ਸਰੀਰ ਦੀ ਬੜੀ ਜ਼ਰੂਰਤ ਹੈ ਸਾਧ ਸੰਗਤ। ਇਹ ਘੋੜੀ ਹੈ, ਘੋੜੇ ਦੇ ਉੱਤੇ ਚੜ੍ਹ ਕੇ ਆਪਾਂ ਸਫ਼ਰ ਪੂਰਾ ਕਰਨਾ, ਮੰਜ਼ਿਲ 'ਤੇ ਪਹੁੰਚਣਾ। ਘੋੜਾ ਵੀ ਲਾਜ਼ਮੀ ਹੈ ਨਾ, ਸਰੀਰ ਵੀ। ਤੀਜੇ ਪੈਰ ਜਦੋਂ ਸ਼ਾਮਾਂ ਜੀਆਂ ਤੋਂ ਪਹਿਲਾਂ ਤੇ ਨੌਜਵਾਨਾਂ ਨੂੰ ਇਕੱਠੇ ਕਰ ਲੈਣਾ, ਕੁਸ਼ਤੀਆਂ ਕਰਾਉਣੀਆਂ, ਉਹਨਾਂ ਨੂੰ ਇਸ ਪਾਸੇ ਲਾ ਦੇਣਾ ਤੇ ਉਹ ਨਸ਼ੇ ਪੱਤੇ ਤੋਂ ਬਚੇ ਰਹਿੰਦੇ ਹਨ। ਸਾਡੇ ਹੁਣ ਇਹ ਚੀਜ਼ਾਂ ਖਤਮ ਹੋ ਗਈਆਂ। ਹੁਣ ਸਾਧ ਸੰਗਤ ਜੀ ਉਹ ਖੇਡਾਂ ਖਤਮ ਹੋ ਗਈਆਂ। ਹੁਣ ਤੇ ਪਬਜੀ ਆ ਗਈ, ਵੀਡੀਓ ਗੇਮਾਂ ਆ ਗਈਆਂ, ਉਹ ਉੱਦਾਂ ਹੀ ਜੁੜ ਜਾਂਦੇ, ਬੈਠੇ ਬੈਠੇ ਬੁੱਢੇ ਹੋ ਗਏ। ਇਸ ਲਈ ਸਾਧ ਸੰਗਤ ਉਹਨਾਂ ਚੀਜ਼ਾਂ ਤੋਂ ਬਚ ਕੇ ਜਿਹੜੀ ਫਿਜ਼ੀਕਲ ਖੇਡ ਹੈ ਨਾ, ਸਰੀਰਕ, ਉਹ 'ਤੇ ਧਿਆਨ ਦੇਣਾ ਚਾਹੀਦਾ। ਸਾਡੇ ਇਤਿਹਾਸ ਤੋਂ ਸਿੱਖਿਆ ਮਿਲਦੀ ਹੈ। ਮਿਲਹਿ ਆਏ ਬਹੁ ਪਰਹਿ ਅਖਾਰਾ। ਤੇ ਆ ਕੇ ਬੱਚੇ ਦੇਖਦੇ, ਬੱਚੇ ਛੋਟੇ ਛੋਟੇ ਵੀ ਖੇਡੀ ਜਾਂਦੇ ਮਿੱਟੀ ਦੇ ਵਿੱਚ। ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇਖਦੇ ਬੈਠ ਕੇ, ਤੇ ਨੌਜਵਾਨ ਆਉਂਦੇ, ਮੱਲ ਪਹਿਲਵਾਨ ਇੱਕ ਦੂਜੇ ਨਾਲ ਘੁਲਦੇ, ਕੁਸ਼ਤੀ ਕਰਦੇ। ਅਖਾੜਾ ਹੋਣਾ ਜਾਣੀ ਘੋਲ ਹੁੰਦਾ ਹੈ। ਇੱਕ ਦੂਜੇ ਨੂੰ ਬਲ ਜ਼ੋਰ ਅਜਮਾਇਸ਼ ਕਰਦੇ। ਗੁਰੂ ਜੀ ਇਹ ਵੀ ਸਿਖਾਉਂਦੇ, ਲੜਾਈ ਨਹੀਂ ਹੈ, ਹਾਰ ਜਿੱਤ ਦਾ ਇੱਥੇ ਉਹ ਨਹੀਂ ਰੱਖਣਾ ਵੀ ਮੈਂ ਜਿੱਤਾਂ ਹਾਰਾਂ, ਕਿਸੇ ਨੂੰ ਸੱਟ ਨਹੀਂ ਮਾਰਨੀ। ਸਰੀਰ ਦੀ ਕਸਰਤ ਕਰੋ। ਤੇ ਗੁਰਸਿੱਖ ਬੜੀ ਤੇ ਗੁਰੂ ਜੀ ਆਪ ਕਹਿ ਕੇ ਤੂੰ ਬੜਾ ਤਕੜਾ, ਤੂੰ ਭਿੜ। ਕਈ ਕਿਸੇ ਨੇ ਕਹਿਣਾ ਮਹਾਰਾਜ ਮੈਂ ਨਹੀਂ ਜੀ ਇਹ ਤਕੜਾ, ਕਹਿਣਾ ਨਹੀਂ ਨਹੀਂ, ਡਰੀ ਦਾ ਨਹੀਂ ਹੁੰਦਾ, ਅੱਗੇ ਲੱਗੋ ਤਦੇ ਕੰਮ ਹੁੰਦੇ। ਤੇ ਆਪ ਕਹਿ ਕੇ ਮਹਾਰਾਜ ਨੇ ਇੱਦਾਂ ਕੁਸ਼ਤੀਆਂ ਕਰਵਾਉਣੀਆਂ। ਕੁਸ਼ਤੀ ਕਰਤ
ਤੇ ਕੋਈ ਜਿੱਤ ਜਾਂਦਾ, ਕੋਈ ਡਿੱਗ ਜਾਂਦਾ ਥੱਲੇ। ਜਾਮ ਦਿਵਸ ਕੇ ਰਹੇ ਬਹੋਰੀ। ਤੇ ਸਾਰਿਆਂ ਨੂੰ ਇਹ ਮਹਾਰਾਜ ਨੇ ਪਿਆਰ ਸਤਿਕਾਰ ਦੇਣਾ, ਕਿਸੇ ਨੂੰ ਹਾਰੇ ਨੂੰ ਕੋਈ ਸਾਧ ਸੰਗਤ ਉਹਨੂੰ ਹੀਣਤਾ ਨਹੀਂ ਮਹਿਸੂਸ ਹੋਣ ਦੇਣੀ, ਜਿੱਤੇ ਨੂੰ ਹੰਕਾਰ ਨਹੀਂ ਹੋਣ ਦੇਣਾ। ਧਾਤਰੀ ਭਾਵ ਇਉਂ ਸਾਧ ਸੰਗਤ ਸਮਾਂ ਬਤਾਉਣਾ, ਅੱਗੇ ਸ਼ਾਮ ਹੋ ਜਾਣੀ। ਸ੍ਰੀ ਗੁਰਦੇਵ ਤਜਹਿ ਤਿਸ ਠੋਰੀ। ਸ਼ਾਮ ਦੇ ਵੇਲੇ ਉਹ ਜਗ੍ਹਾ ਨੂੰ ਛੱਡ ਦੇਣਾ ਤੇ ਫਿਰ ਜਾ ਕੇ ਸੰਗਤ ਵਿੱਚ ਗੁਰੂ ਜੀ ਨੇ ਬੈਠ ਜਾਣਾ। ਅੱਗੇ ਆਪਾਂ ਕੱਲ੍ਹ ਨੂੰ ਸੁਣਾਂਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਦਾ, ਕਿ ਕਿਵੇਂ ਫਿਰ ਅਗਲੇ ਕੌਤਕ ਮਹਾਰਾਜ ਜੀ ਨਿਤ ਦੀ ਕਿਰਿਆ ਕਰਦੇ। ਅਗਲੇ ਪ੍ਰਸੰਗਾਂ ਵਿੱਚ ਸੁਣਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ। ਬੜੇ ਪ੍ਰੇਮ ਨਾਲ ਇਹ ਕਥਾ ਚੱਲ ਰਹੀ ਹੈ, ਭਾਵਨਾ ਨਾਲ ਆ ਕੇ ਸਾਰੇ ਲਾਹੇ ਲਓ, ਆਪ ਸੁਣਿਆ ਕਰੋ, ਹੋਰਨਾਂ ਨੂੰ ਵੀ ਪ੍ਰੇਰਿਆ ਕਰੋ, ਤਾਂ ਕਿ ਵੱਧ ਤੋਂ ਵੱਧ ਗੁਰੂ ਕੀ ਸੰਗਤ, ਗੁਰੂ ਕੇ ਇਤਿਹਾਸ ਤੋਂ ਲਾਹਾ ਲੈ ਸਕੇ। ਸੋ ਹੋਈਆਂ ਭੁੱਲਾਂ ਦੀ ਇੱਕ ਵਾਰ ਫਿਰ ਤੋਂ ਖਿਮਾ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੈ ਸੰਤਾਂ ਕੇ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋਂ ਹੀ ਐ ਪਰੋਏ,